ਬੰਦੋਂ ਬਾਰ ਬਾਰ ਜਗਦੀਸ਼ਾ, ਧਰੋਂ ਧਰਾ ਪਰ ਪੁੰਨ ਪੁੰਨ ਸੀਸਾ। ਵਾਹਿਗੁਰੂ ਪੁੰਨ ਪੁੰਨ ਸੀਸਾ। ਬੰਦੋਂ ਬਾਰ ਬਾਰ ਜਗਦੀਸ਼ਾ, ਜਿਸਮਹਿ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਬੈਰਾਗ। ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ। ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ। ਤਿਨ ਸੰਤਨ ਕਉ ਬੰਦਨਾ ਸਿਰ ਚਰਨਨ ਪਰ ਧਾਰ। ਏਕ ਓੰਕਾਰ ਸਤਿਗੁਰੂ ਤੇ ਪ੍ਰਸਾਦ ਸਚ ਹੋਇ। ਵਾਹਿਗੁਰੂ ਜੀ ਕੀ ਫਤਿਹ ਹੈ ਬਿਘਨ ਬਿਨਾਸਨ ਸੋਇ। ਏਕ ਓੰਕਾਰ ਸਤਿਗੁਰੂ ਤੇ ਪ੍ਰਸਾਦ ਸਚ ਹੋਇ। ਵਾਹਿਗੁਰੂ ਜੀ ਕੀ ਫਤਿਹ ਹੈ ਬਿਘਨ ਬਿਨਾਸਨ ਸੋਇ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦਿਨ ਪ੍ਰਤ ਵਧੇ ਸਮਾਜ ਵਡੇਰੇ। ਦੁਖ ਦਾਰਿਦ ਕੋ ਆਏ ਨਾ ਨੇਰੇ। ਹਰ ਮੰਦਰ ਹਰ ਰੂਪ ਬਿਲੰਦਾ। ਸੇਵਹਿ ਸੇਵਕ ਬ੍ਰਿੰਦ ਮੁਕੰਦਾ। ਦਿਨ ਪ੍ਰਤ ਵਧੇ ਸਮਾਜ ਵਡੇਰੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਚਵਰ ਛਤਰ ਤਖਤ ਜੀ ਦੇ ਮਾਲਕ ਦਸਾਂ ਹੀ ਪਾਤਸ਼ਾਹੀਓਂ ਕੀ ਆਤਮਕ ਜੋਤ। ਦਸਾਂ ਹੀ ਪਾਤਸ਼ਾਹੀਓਂ ਕੀ ਆਤਮਕ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਵਿਖੇ ਦਿਨ ਦੇ ਚੌਥੇ ਪਹਿਰ ਦੇ ਸੁੰਦਰ ਦੀਵਾਨ ਚੱਲ ਰਹੇ ਹਨ। ਸਜੇ ਹੋਏ ਦੀਵਾਨਾਂ ਅੰਦਰ ਅਤੀ ਸਨਮਾਨਯੋਗ ਰਾਗੀ ਸਿੰਘਾਂ ਪਾਸੋਂ ਆਪ ਸੰਗਤਾਂ ਨੇ ਅੰਮ੍ਰਿਤਮਈ ਇਲਾਹੀ ਗੁਰਬਾਣੀ ਦਾ ਕੀਰਤਨ ਸਰਵਣ ਕੀਤਾ ਹੈ। ਆਓ ਗੁਰ ਸੰਗਤ ਜੀ, ਹੁਣ ਸਮਾਂ ਹੈ ਜੋ ਚੱਲ ਰਹੀ ਲੜੀਵਾਰ ਗੁਰ ਇਤਿਹਾਸ ਦੀ ਕਥਾ ਆਪਾਂ ਸਰਵਣ ਕਰਦੇ ਆ ਰਹੇ ਹਾਂ। ਕੱਲ੍ਹ ਦੇ ਦੀਵਾਨਾਂ ਵਿੱਚ ਆਪਾਂ ਸਰਵਣ ਕੀਤਾ ਸੀ ਸ਼ਹੀਦਾਂ ਦੇ ਸਰਤਾਜ ਸ਼ਾਂਤੀ ਦੇ ਪੁੰਜ ਬਾਣੀ ਕੇ ਬੋਹਿਥ ਪ੍ਰਤੱਖ ਹਰ ਪੰਚਮ ਪਾਤਸ਼ਾਹ ਧੰਨ ਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਸ਼੍ਰੀ ਰਾਮਸਰ ਸਾਹਿਬ ਵਾਲੇ ਪਾਵਨ ਅਸਥਾਨ 'ਤੇ ਸਤਿਗੁਰਾਂ ਨੇ ਭਾਈ ਗੁਰਦਾਸ ਸਾਹਿਬ ਜੀ ਪਾਸੋਂ ਸ਼੍ਰੀ ਗ੍ਰੰਥ ਸਾਹਿਬ ਜੀ ਦੀ ਬੀੜ ਲਿਖਵਾਈ ਹੈ। ਭਾਈ ਬੰਨੋ ਜੀ ਨੂੰ ਲਾਹੌਰ ਦੀ ਧਰਤੀ 'ਤੇ ਇਸ ਗ੍ਰੰਥ ਦੀ ਜਿਲਦ ਬਣਾਉਣ ਵਾਸਤੇ ਭੇਜਿਆ। ਜਦੋਂ ਇਹ ਬੀੜ ਲੈ ਕੇ ਵਾਪਸ ਰਾਮਸਰ ਪਹੁੰਚਦੇ ਨੇ, ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਇਸ ਬਾਣੀ ਦਾ ਅਤੇ ਸ਼੍ਰੀ ਹਰਿਮੰਦਰ ਸਾਹਿਬ ਦਾ ਮਹਾਤਮ ਆਪ ਸੰਗਤਾਂ ਨੂੰ ਸੁਣਾਇਆ ਹੈ। ਗੁਰਦੇਵ ਨੇ ਉਪਦੇਸ਼ ਦਿੱਤਾ ਹੈ ਕਿ ਜਿੰਨਾ ਗੁਰ ਸਿੱਖੋ ਬਾਣੀ ਦਾ ਅਦਬ ਰੱਖੋਗੇ ਉਹਨਾਂ ਫਲ ਤੁਸੀਂ ਪ੍ਰਾਪਤ ਕਰੋਗੇ। ਜੇ ਕਿਸੇ ਕਾਰਜ ਵਾਸਤੇ ਬਾਣੀ ਦਾ ਪਾਠ ਕਰਾਵੋਗੇ ਉਹ ਕਾਰਜ ਰਾਸ ਹੋਣਗੇ। ਕਿਸੇ ਤਰੀਕੇ ਦਾ ਵੀ ਕੋਈ ਕਾਰਜ ਹੋਵੇ ਤੇ ਭਾਵੇਂ ਪਾਠ ਆਪ ਕੀਤਾ ਜਾਵੇ, ਭਾਵੇਂ ਕਿਸੇ ਪਾਸੋਂ ਕਰਾ ਕੇ ਪਾਠੀ ਸਿੰਘਾਂ ਪਾਸੋਂ ਕਰਾ ਕੇ ਸੁਣਿਆ ਜਾਵੇ, ਫਿਰ ਅਰਦਾਸ ਦੇ ਵਿੱਚ ਆਪ ਖਲੋ ਕੇ ਹੱਥ ਜੋੜ ਕੇ ਜੋ ਵੀ ਕਾਰਜ ਵਾਸਤੇ ਤੁਸੀਂ ਅਰਦਾਸ ਕਰੋਗੇ ਉਹ ਕਾਰਜ ਤੁਹਾਡੇ ਪੂਰੇ ਹੋਣਗੇ। ਜਿਹੜਾ ਪ੍ਰਾਣੀ ਚੜ੍ਹਾਈ ਕਰ ਚੁੱਕਿਆ ਹੈ ਉਸ ਦੇ ਨਿਮਿਤ ਵੀ ਪਾਠ ਕਰਾਇਆ ਜਾਵੇ, ਪ੍ਰੇਮ ਦੇ ਨਾਲ ਬਾਣੀ ਸੁਣੀ ਜਾਵੇ, ਪਾਠੀ ਸਿੰਘਾਂ ਦੀ ਸੇਵਾ ਕੀਤੀ ਜਾਵੇ ਤੇ ਉਹਦਾ ਵੀ ਭਾਰੀ ਮਹਾਤਮ ਆਪ ਨੂੰ ਵੀ, ਪਰਿਵਾਰ ਨੂੰ ਵੀ ਅਤੇ
ਜਿਹੜਾ ਪਰਲੋਕ ਸੁਧਾਰਿਆ ਹੈ, ਪਰਲੋਕ ਵਿੱਚ ਵੀ ਉਹ ਬਹੁਤਾ ਸੁੱਖ ਮਾਣੇਗਾ। ਇਹ ਬਚਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਆਪਣੀ ਰਸਨਾ ਤੋਂ ਸੁਣਾਏ ਨੇ। ਫਿਰ ਬਾਬਾ ਬੁੱਢਾ ਸਾਹਿਬ ਜੀ ਨੂੰ ਸਤਿਗੁਰਾਂ ਨੇ ਪੁੱਛਿਆ ਹੈ ਕਿ ਬਾਬਾ ਬੁੱਢਾ ਸਾਹਿਬ, ਤੁਸੀਂ ਇਹ ਦੱਸੋ ਕਿ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਅਸੀਂ ਕਿੱਥੇ ਕਰਾਈਏ, ਜਿੱਥੇ ਇਸ ਗ੍ਰੰਥ ਦੀ ਹੋਰ ਵੀ ਮਹਿਮਾ ਵਧੇ। ਹੱਥ ਜੋੜ ਕੇ ਬਾਬਾ ਬੁੱਢਾ ਸਾਹਿਬ ਜੀ ਨੇ ਬੇਨਤੀ ਕੀਤੀ, ਸਤਿਗੁਰੂ ਆਪ ਜੀ ਨਾਲੋਂ ਵੱਧ ਸਿਆਣਾ ਕੌਣ ਹੈ? ਜੇ ਫਿਰ ਵੀ ਤੁਸੀਂ ਮੈਨੂੰ ਪੁੱਛਦੇ ਹੋ ਤੇ ਫਿਰ ਅੰਮ੍ਰਿਤ ਸਰੋਵਰ ਦੇ ਵਿੱਚ ਜੋ ਹਰਿਮੰਦਰ ਸਾਹਿਬ ਅਸਥਾਨ ਹੈ, ਸਦਾ ਸਥਾਪਨ ਗ੍ਰੰਥ ਸੋ ਲਾਇਕ, ਸ਼ੋਭੇਗੋ ਇਮਤਹਾ ਸੁਭਾਇਕ। ਇਹ ਗ੍ਰੰਥ ਸਾਹਿਬ ਦਾ ਪ੍ਰਕਾਸ਼ ਉੱਥੇ ਹੋਵੇ ਤੇ ਬਹੁਤ ਸ਼ੋਭਾ ਹੋਵੇਗੀ। ਇਹ ਬਚਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸੁਣਿਆ ਤੇ ਸੁਣ ਕੇ ਸਤਿਗੁਰੂ ਪ੍ਰਸੰਨ ਹੋਏ ਤੇ ਗੁਰਦੇਵ ਜੀ ਨੇ ਬਚਨ ਕੀਤਾ ਹੈ, ਬਨਿਓ ਸੁਦਾਸਰ ਵਿੱਚ ਹਰ ਮੰਦਰ, ਇਹ ਸਮ ਨਹੀਂ ਤਰਲੋਕੀ ਅੰਦਰ। ਕਿ ਜਿਸ ਤਰ੍ਹਾਂ ਹਰਿਮੰਦਰ ਸਾਹਿਬ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਦਰਬਾਰ ਤਿਆਰ ਹੋਇਆ ਹੈ, ਇਸ ਹਰਿਮੰਦਰ ਸਾਹਿਬ ਦੇ ਸਮਾਨ ਹੋਰ ਕੋਈ ਵੀ ਸਥਾਨ ਤਿੰਨਾਂ ਲੋਕਾਂ ਵਿੱਚ ਨਹੀਂ ਹੈ। ਇਸੇ ਤਰ੍ਹਾਂ ਸ਼੍ਰੀ ਗ੍ਰੰਥ ਸਾਹਿਬ ਜੀ ਦੇ ਸਮਾਨ ਹੋਰ ਦੂਜਾ ਕੋਈ ਗ੍ਰੰਥ ਤਿੰਨਾਂ ਲੋਕਾਂ ਵਿੱਚ ਨਹੀਂ ਹੈ। ਇਹਨਾਂ ਦੋਨਾਂ ਦਾ ਮੇਲ ਬੜਾ ਸੁੰਦਰ ਬਣਿਆ ਹੈ। ਇਹ ਸੁਣ ਕੇ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਬੜੇ ਪ੍ਰਸੰਨ ਹੋਏ ਨੇ। ਤੇ ਫਿਰ ਜਿਸ ਤਰ੍ਹਾਂ ਗੁਰਦੇਵ ਨੇ ਹਰਿਮੰਦਰ ਸਾਹਿਬ ਦੇ ਮਹਾਤਮ ਬਾਰੇ ਆਪ ਦੱਸਿਆ, ਫਿਰ ਬਾਬਾ ਬੁੱਢਾ ਸਾਹਿਬ ਜੀ ਦੀ ਚੋਣ ਕਰਕੇ ਉਹਨਾਂ ਤੋਂ ਹਰਿਮੰਦਰ ਸਾਹਿਬ ਦੇ ਅੰਦਰ ਪ੍ਰਕਾਸ਼ ਕਰਵਾਇਆ। ਜਿਸ ਤਰ੍ਹਾਂ ਬਾਬਾ ਬੁੱਢਾ ਸਾਹਿਬ ਜੀ ਨੇ ਗੁਰੂ ਸਾਹਿਬ ਜੀ ਦਾ ਬਚਨ ਮੰਨ ਕੇ ਸ਼੍ਰੀ ਹਰਿਮੰਦਰ ਸਾਹਿਬ ਦੇ ਅੰਦਰ ਪਹਿਲਾ ਪ੍ਰਕਾਸ਼ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਕੀਤਾ ਹੈ। ਇਹ ਵਿਚਾਰ ਅੱਗੇ ਆ ਰਹੀ ਹੈ। ਆਓ ਗੁਰ ਸੰਗਤ ਜੀ ਮਨ ਬਿਰਤੀਆਂ ਗੁਰੂ ਚਰਨਾਂ ਵਿੱਚ ਜੋੜ ਕੇ ਸਤਿਗੁਰੂ ਸਾਹਿਬ ਜੀ ਦੀ ਅੰਮ੍ਰਿਤਮਈ ਜੀਵਨ ਕੌਤਕਾਂ ਦੀ ਕਥਾ ਸਰਵਣ ਕਰਕੇ ਲਾਹਾ ਪ੍ਰਾਪਤ ਕਰੀਏ। ਸਾਰੀ ਸੰਗਤ ਦਿਓ ਅਸੀਸ, ਰਸਨਾ ਕਰੋ ਪਵਿੱਤਰ, ਪਿਆਰ ਸਤਿਕਾਰ ਸਹਿਤ ਲਵਾਓ ਹਾਜ਼ਰੀਆਂ। ਉਚਾਰਨ ਕਰੋ ਜੀ, ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸੁਨ ਗੁਰਦਾਸ ਸੋ ਬਾਕ ਹਮਾਰੇ। ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਭਾਈ ਗੁਰਦਾਸ ਸਾਹਿਬ ਇਹ ਸਾਡੇ ਬਚਨ ਸੁਣੋ। ਉਚਿਤ ਮੇਲ ਦੋਨੋਂ ਕੋ ਬਨੈ, ਨਿਸਵਾਸੁਰ ਹਰ ਕੀਰਤਨ ਭਨੈ। ਜਿਸ ਤਰ੍ਹਾਂ ਹਰਿਮੰਦਰ ਸਾਹਿਬ ਦੇ ਅੰਦਰ ਅੱਠੇ ਪੈਰ ਕੀਰਤਨ ਦਾ ਪ੍ਰਵਾਹ ਚੱਲੇ ਤੇ ਜਿਹੜਾ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ, ਇਸੇ ਤਰ੍ਹਾਂ ਹਰਿਮੰਦਰ ਸਾਹਿਬ ਦੇ ਅੰਦਰ ਸ਼ੋਭਾ ਪਾਵੇਗਾ। ਭਾਈ ਗੁਰਦਾਸ ਸਾਹਿਬ ਜੀ ਸਾਡਾ ਬਚਨ ਸੁਣੋ। ਸ਼੍ਰੀ ਗੁਰੂ ਰਾਮਦਾਸ ਦਰਬਾਰੇ। ਇਹ ਦਰਬਾਰ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਹੈ, ਜਿਹਦਾ ਜ਼ਿਕਰ ਭਾਈ ਗੁਰਦਾਸ ਜੀ ਵਾਰਾਂ ਅੰਦਰ ਵੀ ਕਰਦੇ ਨੇ। ਬੈਠਾ ਸੋਢੀ ਪਾਤਸ਼ਾਹ ਰਾਮਦਾਸ ਸਤਿਗੁਰੂ ਕਹਾਵੈ, ਪੂਰਨ ਤਾਲ ਖਟਾਇਆ ਅੰਮ੍ਰਿਤਸਰ ਵਿੱਚ ਜੋਤ ਜਗਾਵੈ। ਇਹ ਗੁਰੂ ਰਾਮਦਾਸ ਜੀ ਦਾ ਸੁੰਦਰ ਦਰਬਾਰ ਹੈ। ਦਿਨ ਪ੍ਰਤ ਵਧੇ ਸਮਾਜ ਵਡੇਰੇ। ਦਿਨ ਪ੍ਰਤੀ ਦਿਨ ਹਰ ਰੋਜ਼ ਸੰਗਤ ਦਾ ਇੱਥੇ ਬਹੁਤ ਵਾਧਾ ਹੋਵੇਗਾ। ਦੁਖ ਦਰਦ ਕੋ ਆਏ ਨਾ ਨੇਰੇ। ਦੁੱਖ ਅਤੇ ਦਲਿੱਦਰ ਇੱਥੇ ਨੇੜੇ ਨਹੀਂ ਆ ਸਕਣਗੇ। ਜਿਹੜੇ ਵੀ ਦੁਖੀ ਹੋ ਕੇ ਇੱਥੇ ਆਉਣਗੇ ਉਹਨਾਂ ਦੇ ਦੁੱਖ ਦੂਰ ਹੋਣਗੇ। ਜੋ ਇੱਛਾ ਲੈ ਕੇ ਇੱਥੇ ਚੱਲ ਕੇ ਆਵੇਗਾ ਉਹ ਮਨ ਇੱਛਤ ਫਲ ਪ੍ਰਾਪਤ ਕਰੇਗਾ। ਹਰ ਮੰਦਰ ਹਰ ਰੂਪ ਬਿਲੰਦਾ। ਸ਼੍ਰੀ ਹਰਿਮੰਦਰ ਸਾਹਿਬ ਅਕਾਲ ਪੁਰਖ ਹਰੀ ਦਾ ਆਪਣਾ ਸਰੂਪ ਹੈ। ਸੇਵ ਹੈ ਸੇਵਕ ਬ੍ਰਿੰਦ ਮੁਕੰਦਾ। ਜਿਹੜੇ ਵੀ ਸੇਵਕ ਇੱਥੇ ਸੇਵਾ ਕਰਨਗੇ ਭਾਵਨਾ ਦੇ ਨਾਲ ਅੰਤ ਮੁਕਤ ਹੋਣਗੇ, ਕਿਉਂਕਿ ਅਕਾਲ ਪੁਰਖ ਹਰੀ ਪਰਮਾਤਮਾ ਦੀ ਸੇਵਾ ਬੜੇ ਵੱਡੇ ਭਾਗਾਂ ਵਾਲਿਆਂ ਨੂੰ ਨਸੀਬ ਹੁੰਦੀ ਹੈ। ਤੇ ਇਹ ਹਰਿਮੰਦਰ ਵੀ ਹਰੀ ਦਾ ਆਪਣਾ ਸਰੂਪ ਹੈ, ਕਿਉਂਕਿ ਜਿੱਥੇ ਅੱਠੇ ਪੈਰ ਬਾਣੀ ਦਾ ਪ੍ਰਵਾਹ ਚੱਲੇ, ਜਿੱਥੇ ਕੋਈ ਵੀ ਦੁੱਖ ਖਲੋ ਨਾ ਸਕੇ, ਟਿਕ ਨਾ ਸਕੇ, ਜਿੱਥੇ ਅੱਠੇ ਪੈਰ ਭੋਗ ਤੇ ਮੋਖ ਦੇ ਪ੍ਰਵਾਹ ਚੱਲਦੇ ਹੋਣ, ਉਹ ਸੱਚਖੰਡ ਹਰੀ ਪਰਮਾਤਮਾ ਵਾਹਿਗੁਰੂ ਦਾ ਆਪਣਾ ਘਰ ਹੁੰਦਾ ਹੈ। ਤੇ ਇੱਥੇ ਉਹ ਬਖਸ਼ਿਸ਼ਾਂ ਵਰਤ ਰਹੀਆਂ ਨੇ। ਜਿਹੜਾ ਵੀ ਭਾਵਨਾ ਦੇ ਨਾਲ ਹਰੀ ਦੇ ਦਰਬਾਰ ਦੇ ਵਿੱਚ ਅਕਾਲ ਪੁਰਖ ਵਾਹਿਗੁਰੂ ਜੀ ਦੇ ਇਸ ਸਥਾਨ 'ਤੇ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਭਾਵਨਾ ਦੇ ਨਾਲ ਸੇਵਾ ਕਰੇਗਾ, ਅੰਤ ਤੋਂ ਮੁਕਤ ਹੋਵੇਗਾ। ਲక్ష్ਮੀ ਨਿਸਬਾਸਰ ਇਸ ਸੇਵਹਿ। ਜਿਹੜੀ ਲక్ష్ਮੀ ਹੈ ਉਹ ਦਿਨ ਰਾਤ ਇੱਥੇ ਰਹਿ ਕੇ ਸੇਵਾ ਕਰੇਗੀ ਗੁਰੂ ਰਾਮਦਾਸ ਜੀ ਦੇ ਦਰਬਾਰ ਤੇ, ਕਿਉਂਕਿ ਪਹਿਲੇ ਸਰੂਪ ਦੇ ਵਿੱਚ ਸਤਿਗੁਰਾਂ ਨੇ ਇਸ ਨੂੰ ਆਪਣੇ ਤੋਂ 12 ਕੋ ਦੂਰ ਰੱਖਿਆ, ਫਿਰ ਦੂਜੇ ਸਰੂਪ ਦੇ ਵਿੱਚ 8 ਕੋ, ਤੀਜੇ ਸਰੂਪ ਦੇ ਵਿੱਚ 6 ਕੋ, ਤੇ ਚੌਥੇ ਸਰੂਪ ਦੇ ਵਿੱਚ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਨੇ 4 ਕੋ, ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਫਿਰ ਇਹਨੂੰ ਆਗਿਆ ਦਿੱਤੀ ਹੈ। ਜਦੋਂ ਸ਼੍ਰੀ ਹਰਿਮੰਦਰ ਸਾਹਿਬ ਸੋਹਣਾ ਦਰਬਾਰ ਤਿਆਰ ਹੋਇਆ, ਉਦੋਂ ਫਿਰ ਲక్ష్ਮੀ ਨੇ ਵੀ ਬੇਨਤੀ ਕੀਤੀ ਸੀ ਕਿ ਮੈਨੂੰ ਵੀ ਇੱਥੇ ਆਉਣ ਦੀ ਇਜਾਜ਼ਤ ਦਿਓ। ਜਿਸ ਤਰ੍ਹਾਂ ਕਲਯੁਗ ਨੇ ਹੱਥ ਜੋੜ ਕੇ ਗੁਰੂ ਸਾਹਿਬ ਜੀ ਤੋਂ ਆਗਿਆ ਮੰਗੀ ਸੀ ਕਿ ਮੈਨੂੰ ਵੀ ਸੰਗਤ ਵਿੱਚ ਆਉਣ ਦਾ ਕੋਈ ਸਮਾਂ ਦੱਸੋ, ਤੇ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਦੱਸਿਆ ਸੀ ਕਿ ਜਦੋਂ ਦੀਵਾਨ ਦੀ ਸਮਾਪਤੀ ਹੋਵੇ, ਕੜਾ ਪ੍ਰਸ਼ਾਦ ਦੀ ਦੇਗ ਆਵੇ, ਜਦੋਂ ਪ੍ਰਸ਼ਾਦ ਵਰਤੇ, ਜਦੋਂ ਰੋਲਾ ਪਵੇ ਪ੍ਰਸ਼ਾਦ ਲੈਣ ਦੇ ਵਿੱਚ, ਉਦੋਂ ਤੈਨੂੰ ਆਉਣ ਦੀ ਆਗਿਆ ਹੈ। ਇਸੇ ਤਰ੍ਹਾਂ ਲక్ష్ਮੀ ਨੇ ਵੀ ਆਗਿਆ ਮੰਗੀ ਸੀ ਕਿ ਮੈਨੂੰ ਵੀ ਕਿਰਪਾ ਕਰਕੇ ਇੱਥੇ ਆਉਣ ਦਾ ਸਮਾਂ ਬਖਸ਼ੋ, ਮੈਂ ਵੀ ਆਪਣੇ ਆਪ ਨੂੰ ਸਫਲਾ ਕਰ ਸਕਾਂ। ਇਸ ਲਈ ਗੁਰੂ ਸਾਹਿਬ ਜੀ ਨੇ ਬਚਨ ਕੀਤਾ ਸੀ ਕਿ ਇੱਥੇ 8 ਪੈਰ ਦਿਨ ਰਾਤ ਲక్ష్ਮੀ ਜਿਹੜੀ ਹੈ ਉਹ ਵੀ ਨਿਵਾਸ ਕਰੇਗੀ। ਸ਼ਰਧਾ ਧਰੇ ਦਾਸ ਫਲ ਲੇਵਹਿ। ਜਿਹੜਾ ਇੱਥੇ ਸ਼ਰਧਾ ਧਾਰ ਕੇ ਆਵੇਗਾ ਉਹਦੀ ਝੋਲੀ ਦੇ ਵਿੱਚ ਬਹੁਤੇ ਫਲ ਪੈਣਗੇ। ਆਜ ਬਾਸ ਇਸ ਥਲ ਹੀ ਕੀਜਹਿ। ਭਾਈ ਗੁਰਦਾਸ ਸਾਹਿਬ ਜੀ ਨੂੰ ਗੁਰਦੇਵ ਨੇ ਬਚਨ ਕੀਤਾ ਕਿ ਅੱਜ ਆਪਾਂ ਨਿਵਾਸ ਜਿਹੜਾ ਹੈ ਉਹ ਇਸੇ ਥਾਂ ਤੇ ਰੱਖਣਾ ਹੈ, ਕਿਉਂਕਿ ਗੁਰੂ ਸਾਹਿਬ ਜੀ ਸ਼੍ਰੀ ਰਾਮਸਰ ਸਾਹਿਬ ਵਾਲੇ ਸਥਾਨ ਤੇ ਬਿਰਾਜੇ ਨੇ। ਜਦੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪੰਨਤਾ ਹੋਈ, ਭਾਈ ਗੁਰਦਾਸ ਸਾਹਿਬ ਜੀ ਪਾਸੋਂ ਲਿਖਵਾ ਲਿਆ ਪਾਵਨ ਸਰੂਪ, ਤੇ ਗੁਰਦੇਵ ਨੇ ਬਾਬਾ ਬੁੱਢਾ ਸਾਹਿਬ ਤੋਂ ਪੁੱਛਿਆ ਇਹਦਾ ਪ੍ਰਕਾਸ਼, ਤੇ ਬਾਬਾ ਜੀ ਨੇ ਵੀ ਕਿਹਾ ਕਿ ਹਰਿਮੰਦਰ ਸਾਹਿਬ ਅੰਦਰ ਹੀ ਮਹਾਰਾਜ ਦਾ ਪ੍ਰਕਾਸ਼ ਹੋਵੇ। ਤਉ ਸੁਨੋ ਸਰ ਸੁਦਾ ਮਜਾਰਾ, ਹਰ ਮੰਦਰ ਸੁੰਦਰ ਦਰਬਾਰਾ, ਸਦਾ ਸਥਾਪਨ ਗ੍ਰੰਥ ਸੋ ਲਾਇਕ, ਸ਼ੋਭੇ ਗੋ ਇਮ ਤਹਾਂ ਸੁਭਾਏ। ਇਸ ਲਈ ਗੁਰੂ ਸਾਹਿਬ ਜੀ ਨੇ ਹਰਿਮੰਦਰ ਸਾਹਿਬ ਦੀ ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਮਹਿਮਾ ਆਪਣੀ ਰਚਨਾ ਤੋਂ ਕੀਤੀ ਹੈ। ਫਿਰ ਗੁਰਦੇਵ ਕਹਿੰਦੇ ਨੇ ਕਿ ਅੱਜ ਅਸੀਂ ਆਪਣਾ ਨਿਵਾਸ ਇੱਥੇ ਰਾਮਸਰ ਸਾਹਿਬ ਵਾਲੇ ਸਥਾਨ ਤੇ ਰੱਖਾਂਗੇ। ਹੋਤ ਪ੍ਰਾਤ ਕੋ ਤਹਿ ਗਮ ਨੀਜਹਿ। ਜਦ ਸਵੇਰ ਹੋਵੇਗੀ, ਸਵੇਰ ਦੇ ਸਮੇਂ ਅਸੀਂ ਇਹ ਗ੍ਰੰਥ ਸਾਹਿਬ ਜੀ ਦਾ ਸਰੂਪ ਲੈ ਕੇ, ਬੀੜ ਲੈ ਕੇ, ਸਾਰੀ ਸੰਗਤ ਨੂੰ ਨਾਲ ਲੈ ਕੇ ਹਰਿਮੰਦਰ ਸਾਹਿਬ ਦੇ ਅੰਦਰ ਜਾਵਾਂਗੇ। ਸਭਨ ਆਹਾਰ ਕਰਿਓ ਸ਼ੁਭ ਖਾਨਾ। ਗੁਰੂ ਸਾਹਿਬ ਜੀ ਦੀ ਆਗਿਆ ਪਾ ਕੇ ਸਾਰੀ ਸੰਗਤ ਨੇ ਰਾਤ ਦੇ ਸਮੇਂ ਜਿਹੜਾ ਲੰਗਰ ਸੀ ਉਹ ਸ਼੍ਰੀ ਰਾਮਸਰ ਸਾਹਿਬ ਵਾਲੇ ਸਥਾਨ ਤੇ ਹੀ ਚਲਾਇਆ ਹੈ। ਭੂਮ ਸੈਨ ਕੀਨਸ ਤੇ ਸਥਾਨਾ। ਤੇ ਗੁਰਦੇਵ ਨੇ ਸੰਗਤ ਦੇ ਸਮੇਤ ਆਪਣਾ ਨਿਵਾਸ ਜਿਹੜਾ ਸੀ ਭੂਮ ਸੈਨ ਕਹਿੰਦੇ ਨੇ ਧਰਤੀ ਦੇ ਉੱਤੇ, ਭਾਵ ਪੁੰਜੇ ਹੀ ਆਪਣਾ ਜਿਹੜਾ ਨਿਵਾਸ ਹੈ ਉਹ ਸਤਿਗੁਰਾਂ ਨੇ ਰੱਖਿਆ ਹੈ। ਕਿਉਂਕਿ ਗੁਰੂ ਸਾਹਿਬ ਜੀ ਨੇ ਆਪਣੇ ਹੁੰਦਿਆਂ ਹੀ ਗੁਰੂ ਗ੍ਰੰਥ ਸਾਹਿਬ ਜੀ ਦਾ ਬਾਣੀ ਦਾ ਅਦਬ ਜਿਹੜਾ ਸੀ ਉਹ ਸਤਿਕਾਰ ਕਿਸ ਤਰ੍ਹਾਂ ਕਰਨਾ ਹੈ ਉਹ ਸਿੱਖਾਂ ਨੂੰ ਦਰਸਾਇਆ ਸੀ। ਜਿਸ ਤਰ੍ਹਾਂ ਸੰਗਤ ਜੀ ਅੱਜ ਗੁਰੂ ਕੇ ਪਿਆਰ ਵਾਲੇ ਸਿੱਖ, ਸ਼ਰਧਾ ਭਾਵਨਾ ਵਾਲੇ ਸਿੱਖ ਬਾਣੀ ਦਾ ਅਦਬ ਜਿਹੜਾ ਹੈ ਉਹ ਸਭ ਤੋਂ ਵੱਧ ਕਰਦੇ ਨੇ। ਇਹ ਅਦਬ ਗੁਰੂ ਗ੍ਰੰਥ ਸਾਹਿਬ ਜੀ ਦਾ ਬਾਣੀ ਦਾ ਗੁਰੂ ਸਾਹਿਬ ਜੀ ਨੇ ਆਪ ਕੀਤਾ ਅਤੇ ਸਾਨੂੰ ਇਹ ਕਰਨ ਦੀ ਸਿੱਖਿਆ ਦਿੱਤੀ ਹੈ ਕਿ ਆਪਣਾ ਜਿਹੜਾ ਨਿਵਾਸ ਸੀ ਸਤਿਗੁਰਾਂ ਨੇ ਆਪਣਾ ਆਸਣ ਸੀ ਉਹ ਪੁੰਜੇ ਲਾਇਆ ਹੈ। ਗ੍ਰੰਥ ਸਾਹਿਬ ਆਦਰ ਕੇ ਹੇਤ। ਆਪਣਾ ਆਸਣ ਪੁੰਜੇ ਲਾਉਣ ਦਾ ਕਾਰਨ ਸੀ ਸ਼੍ਰੀ ਗ੍ਰੰਥ ਸਾਹਿਬ ਜੀ ਦਾ ਸਤਿਕਾਰ ਅਦਬ ਬਹਾਲ ਰੱਖਣ ਵਾਸਤੇ, ਗੁਰੂ ਗ੍ਰੰਥ ਸਾਹਿਬ ਜੀ ਦਾ ਸਤਿਕਾਰ ਕਰਨ ਵਾਸਤੇ। ਭੂਤਲ ਸੈਨੇ ਗੁਰੂ ਸਮੇਤ। ਸਤਿਗੁਰੂ ਜੀ ਦੇ ਸਮੇਤ ਸਾਰੀ ਸੰਗਤ ਜਿਹੜੀ ਹੈ ਉਹ ਜ਼ਮੀਨ ਦੇ ਉੱਤੇ ਬਿਰਾਜੀ ਹੈ। ਹਿਰਦੈ ਵਿਚਾਰਨ ਸ੍ਰੀ ਗੁਰ ਕਰੈ। ਫਿਰ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਰਾਤ ਦੇ ਸਮੇਂ ਆਪਣੇ ਹਿਰਦੇ ਵਿੱਚ ਵਿਚਾਰ ਕੀਤੀ ਹੈ। ਟਹਿਲ ਗ੍ਰੰਥ ਕੀ ਕੌਣ ਸੁਧਰੈ। ਕੀ ਵਿਚਾਰ ਕਰਦੇ ਨੇ ਸਤਿਗੁਰੂ ਕਿ ਟਹਿਲ ਗ੍ਰੰਥ ਕੀ ਕੌਣ ਸੁਧਰੈ, ਕਿ ਕੱਲ ਨੂੰ ਹਰਿਮੰਦਰ ਸਾਹਿਬ ਦੇ ਅੰਦਰ ਸ਼੍ਰੀ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੋਣਾ ਹੈ, ਤੇ ਇਸ ਗ੍ਰੰਥ ਸਾਹਿਬ ਦੀ ਸੇਵਾ ਦੇ ਵਿੱਚ ਤਾਬਿਆਂ ਦੇ ਉੱਤੇ ਕਿਹਨੂੰ ਬਿਠਾਈਏ, ਕਿਹਦੀ ਡਿਊਟੀ ਲਾਈਏ, ਕੌਣ ਪ੍ਰਕਾਸ਼ ਕਰੇ, ਕਿਉਂਕਿ ਇਹ ਗ੍ਰੰਥ ਸਾਹਿਬ ਦੇ ਸਮਾਨ ਹੋਰ ਕੋਈ ਦੂਜਾ ਗ੍ਰੰਥ ਨਹੀਂ ਹੈ। ਤੇ ਬੜੇ ਉੱਚੇ ਜੀਵਨ ਵਾਲਾ, ਕਮਾਈ ਵਾਲਾ ਗੁਰੂ ਕਾ ਸਿੱਖ, ਉਹਨੂੰ ਤਾਬਿਆ ਬਿਠਾਉਣਾ ਹੈ। ਇਹ ਗੁਰਦੇਵ ਨੇ ਆਪਣੇ ਹਿਰਦੇ 'ਚ ਵਿਚਾਰ ਕੀਤੀ ਹੈ। ਬੇਦੀ ਤੇਹਣ ਭੱਲੇ ਬੰਸ। ਸਤਿਗੁਰਾਂ ਨੇ ਵਿਚਾਰਿਆ ਕਿ ਬੇਦੀ
ਤੇਹਣ ਭੱਲੇ ਵੰਸ਼ ਗੁਰੂ ਨਾਨਕ ਸਾਹਿਬ ਜੀ ਦੀ ਵੇਦੀ ਵੰਸ਼ ਹੈ। ਤੇਹਣ ਗੁਰੂ ਅੰਗਦ ਦੇਵ ਸਾਹਿਬ ਜੀ ਦੀ ਕੁੱਲ ਤੇ ਗੁਰੂ ਅਮਰਦਾਸ ਸਾਹਿਬ ਜੀ ਦੀ ਕੁੱਲ ਹੈ ਭੱਲੇ। ਜੇ ਇਹਨਾਂ ਵਿੱਚੋਂ ਕਿਸੇ ਨੂੰ ਬਿਠਾਈਏ ਕਿ ਇਹ ਬੇਦੀਆਂ ਵਿੱਚੋਂ, ਤੇਹਣਾ ਵਿੱਚੋਂ, ਭੱਲਿਆਂ ਵਿੱਚੋਂ, ਸੋਢੀ ਜੇ ਕੁਲ ਕੇ ਅਵਤੰਸ਼, ਜਾਂ ਸੋਢੀ ਕੁੱਲ ਵਿੱਚੋਂ ਤੇ ਸੋਢ ਕੁੱਲ ਗੁਰੂ ਰਾਮਦਾਸ ਜੀ ਦੀ, ਗੁਰੂ ਅਰਜਨ ਦੇਵ ਸਾਹਿਬ ਜੀ ਦੀ, ਇਸ ਵੰਸ਼ ਦੇ ਵਿੱਚੋਂ ਜੇ ਕਿਸੇ ਨੂੰ ਤਾਬਿਆ ਬਿਠਾਈਏ, ਨਿਜ ਕੁਲ ਕੋ ਇਨ ਕੋ ਹੰਕਾਰਾ, ਇਹਨਾਂ ਨੂੰ ਤੇ ਆਪਣੀ ਕੁੱਲ ਦਾ ਹੰਕਾਰ ਹੋ ਜਾਵੇਗਾ। ਜਦੋਂ ਕਿਸੇ ਗੁਰੂ ਸਾਹਿਬ ਦੀ ਬਾਣੀ ਆਈ ਤੇ ਫਿਰ ਕਹਿਣਗੇ ਕਿ ਮੇਰੇ ਬਾਬੇ ਦੀ ਬਾਣੀ ਹੈ। ਜੇ ਬੇਦੀ ਵੰਸ਼ ਵਾਲੇ ਨੂੰ ਬਿਠਾਇਆ ਤੇ ਉਹ ਕਹੇਗਾ ਮੇਰੇ ਬਾਬੇ ਦੀ ਬਾਣੀ। ਜੇ ਤੇਹਣ ਵੰਸ਼ ਵਾਲੇ ਨੂੰ ਬਿਠਾਇਆ ਤੇ ਕਹੇਗਾ ਮੇਰੇ ਗੁਰੂ ਦੀ ਬਾਣੀ। ਇਸ ਤਰ੍ਹਾਂ ਆਪਸ ਦੇ ਵਿੱਚ ਵੰਡੀਆਂ ਪਾ ਕੇ ਰੱਖਣਗੇ। ਇਹ ਗੱਲ ਦਾ ਧਿਆਨ ਗੁਰੂ ਸਾਹਿਬ ਜੀ ਨੇ ਪਹਿਲਾਂ ਹੀ ਰੱਖਿਆ ਹੈ। ਪਰ ਕਈ ਵਾਰੀ ਅੱਜ ਆਪਾਂ ਦੇਖਦੇ ਹੀ ਹਨ ਕਿ ਗੁਰੂ ਸਾਹਿਬ ਜੀ ਨੇ ਤਾਂ ਸਾਰੇ ਗੁਰੂ ਸਾਹਿਬਾਨਾਂ ਦੀ, ਭਗਤਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਅੰਦਰ ਦਰਜ ਕਰਕੇ ਇੱਕ ਗ੍ਰੰਥ ਸਾਹਿਬ ਨੂੰ ਗੁਰੂ ਕਲਗੀਧਰ ਸਾਹਿਬ ਜੀ ਨੇ ਗੁਰੂ ਹੋਣ ਦਾ ਮਾਣ ਦਿੱਤਾ ਹੈ ਕਿ ਆਗਿਆ ਭਈ ਅਕਾਲ ਕੀ ਤਬੈ ਚਲਾਇਓ ਪੰਥ, ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਪਰ ਹੁਣ ਆਪਾਂ ਦੇਖਦੇ ਹਾਂ ਸਮਾਜ ਦੇ ਵਿੱਚ ਕਿ ਵਿੱਚੋਂ ਭਗਤਾਂ ਦੀ ਬਾਣੀ ਵੱਖਰੀ ਕਰਕੇ ਕਹਿਣਗੇ ਜੀ ਇਹ ਸਾਡੇ ਭਗਤ ਜੀ ਦੀ ਬਾਣੀ, ਇਹ ਸਾਡੇ ਗੁਰੂ ਦੀ ਬਾਣੀ, ਇਹ ਸਾਡੇ ਬਾਬੇ ਦੀ ਬਾਣੀ, ਇਹ ਸਾਡੇ ਬਾਬੇ ਦਾ ਦਿਹਾੜਾ। ਇਸ ਤਰ੍ਹਾਂ ਨਹੀਂ। ਆਪਾਂ ਨੂੰ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸਾਰੀ ਮਨੁੱਖਤਾ ਨੂੰ ਸਾਂਝੀਵਾਲਤਾ ਦਾ ਉਪਦੇਸ਼ ਦਿੱਤਾ ਹੈ। ਇੱਥੇ ਸਾਰਿਆਂ ਨੂੰ ਇੱਕ ਜਿਹਾ ਉਪਦੇਸ਼, ਇਹਨਾਂ ਜਾਤਾਂ ਵਿੱਚੋਂ ਇਹ ਗੁਰੂ ਸਾਹਿਬ ਜੀ ਨੇ ਸਾਨੂੰ ਕੱਢ ਕੇ ਇੱਕ ਮਨੁੱਖ ਬਣਾਇਆ ਕਿ ਤੂੰ ਜੇ ਬੰਦਾ ਬਣ ਜਾਵੇਂ, ਮਨੁੱਖ ਬਣ ਜਾਵੇਂ ਤਾਂ ਇਹ ਤੇਰੇ ਭਾਗਾਂ ਦੀ ਨਿਸ਼ਾਨੀ ਹੋਵੇਗੀ। ਪਰ ਤਾਂ ਬਣ ਸਕਦੇ ਹਾਂ ਮਨੁੱਖ ਜੇ ਆਪਾਂ ਸਾਰੇ ਗੁਰੂ ਸਾਹਿਬਾਨਾਂ ਦੀ, ਭਗਤਾਂ ਦੀ ਬਾਣੀ ਨੂੰ ਇੱਕ ਜਿਹਾ ਮਾਨ ਸਨਮਾਨ ਦਈਏ, ਇੱਕ ਜਿਹਾ ਸਤਿਕਾਰ ਦਈਏ। ਪਰ ਗੁਰੂ ਘਰ ਵੀ ਆਪਾਂ ਕਈ ਵਾਰੀ ਇਲਾਕਿਆਂ 'ਚ ਦੇਖਦੇ ਹਾਂ ਕਿ ਬਰਾਦਰੀਆਂ ਦੇ ਨਾਂ ਦੇ ਉੱਤੇ ਗੁਰੂ ਘਰ ਵੀ ਬਣਾਏ ਗਏ ਹਨ ਕਿ ਫਲਾਣੀ ਬਰਾਦਰੀ ਦਾ ਇਹ ਗੁਰੂ ਘਰ ਹੈ। ਇਹ ਗੁਰੂ ਸਾਹਿਬ ਨੇ ਸਾਨੂੰ ਸਿੱਖਿਆ ਨਹੀਂ ਸੀ ਦਿੱਤੀ। ਮਹਾਰਾਜ ਨੇ ਸਾਨੂੰ ਇੱਕ ਜਿਹਾ ਉਪਦੇਸ਼ ਦਿੱਤਾ, ਸਭੇ ਸਾਂਝੀਵਾਲ ਸਦਾਇਨ ਕੋਏ ਨਾ ਦਿਸੈ ਬਾਹਰਾ ਜੀਵ। ਇਸ ਲਈ ਗੁਰੂ ਸਾਹਿਬ ਜੀ ਨੇ ਪਹਿਲਾਂ ਹੀ ਵਿਚਾਰ ਕੀਤੀ ਸੀ ਜੇ ਇਹਨਾਂ ਵਿੱਚੋਂ ਕਿਸੇ ਨੂੰ ਬਿਠਾਇਆ ਤੇ ਹੋ ਸਕਦਾ ਤਾਬਿਆ ਬੈਠ ਕੇ ਇਹਨਾਂ ਦੇ ਅੰਦਰ ਮਾਣ ਆ ਜਾਵੇ, ਹੰਕਾਰ ਆ ਜਾਵੇ ਕਿ ਮੇਰੇ ਬਾਬੇ ਦੀ, ਮੇਰੇ ਗੁਰੂ ਦੀ ਬਾਣੀ ਹੈ। ਕਰ ਨਾ ਸਕੇਗੇ ਸੇਵ ਉਦਾਰਾ, ਇਹ ਸੇਵਾ ਤੇ ਬਹੁਤ ਉੱਚੀ ਹੈ, ਬਹੁਤ ਵੱਡੀ ਹੈ। ਸਭ ਤੋਂ ਵੱਡੀ ਸੇਵਾ ਜਿਹੜਾ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਬਹਿ ਕੇ ਬਾਣੀ ਸੁਣਾਵੇ, ਪਾਠ ਸੁਣਾਵੇ। ਤੇ ਗੁਰੂ ਸਾਹਿਬ ਨੇ ਸਭ ਤੋਂ ਉੱਚਾ ਰੁਤਬਾ ਵੀ ਉਹਨੂੰ, ਮਾਣ ਵੀ ਉਹਨੂੰ ਦਿੱਤਾ ਹੈ। ਅੱਜ ਵੀ ਜਦੋਂ ਕਿਤੇ ਵਿਦੇਸ਼ਾਂ 'ਚ ਦੇਖੀਦਾ ਹੈ, ਜੇ ਕਿਤੇ ਗ੍ਰੰਥੀ ਸਿੰਘ ਦੀ ਗੱਲ ਹੋਵੇ ਜਾਂ ਧਰਮ ਦੀ ਦੁਨੀਆ ਦੇ ਵਿੱਚ ਜੇ ਕੋਈ ਸਤਿਕਾਰਯੋਗ ਅਹੁਦਾ ਆਪਾਂ ਦੇਖਦੇ ਹਾਂ ਤੇ ਉਹ ਗੁਰੂ ਕੀ ਤਾਬਿਆ ਬੈਠਣ ਵਾਲੇ ਗੁਰੂ ਕੇ ਵਜ਼ੀਰ ਦਾ ਹੈ। ਕਿਤੇ ਵੀ ਚਲੇ ਜਾਓ। ਪਰ ਗੁਰੂ ਸਾਹਿਬ ਨੇ ਇਸ ਗੱਲ ਦੀ ਪਹਿਲਾਂ ਵਿਚਾਰ ਕੀਤੀ ਸੀ ਕਿ ਤਾਬਿਆ ਬੈਠਣ ਵਾਲੇ ਦੇ ਅੰਦਰ, ਕਿਉਂਕਿ ਸੇਵਾ ਤੇ ਬਹੁਤ ਵੱਡੀ ਤੇ ਵੱਡੀ ਸੇਵਾ ਕਰਨ ਵਾਲੇ ਦਾ ਜੀਵਨ ਵੀ ਵੱਡਾ ਹੋਣਾ ਚਾਹੀਦਾ ਹੈ। ਜੇ ਉਹਦੇ ਅੰਦਰ ਹੰਕਾਰ ਹੋਵੇ ਆਪਣੀ ਕੁੱਲ ਦਾ, ਆਪਣੀ ਜਾਤੀ ਦਾ, ਤੇ ਫਿਰ ਇਸ ਵੱਡੀ ਮਹਾਨ ਸੇਵਾ ਨੂੰ, ਉਹਦੇ ਉਪਦੇਸ਼ ਨੂੰ ਦੂਜਿਆਂ ਨੂੰ ਕੀ ਸਮਝਾਉਣਾ ਜੇ ਉਹਦੇ ਅੰਦਰ ਆਪ ਦੇ ਅੰਦਰ ਹੀ ਹੰਕਾਰ। ਇਸ ਲਈ ਗੁਰੂ ਸਾਹਿਬ ਜੀ ਨੇ ਵਿਚਾਰ ਕੀਤੀ ਹੈ ਕਿ ਕਰ ਨਾ ਸਕੈ ਸੇਵ ਉਦਾਰਾ। ਇਹ ਬਹੁਤ ਵੱਡੀ ਸੇਵਾ ਹੈ। ਜੇ ਕਿਤੇ ਵਿਸ਼ੇਸ਼ ਜਾਤੀ ਵਾਲੇ ਨੂੰ ਤਾਬਿਆ ਬਿਠਾਇਆ ਤੇ ਉਹ ਕਹੇਗਾ ਕਿ ਮੇਰੇ ਗੁਰੂ ਦੀ ਬਾਣੀ ਹੈ ਤੇ ਇਸ ਗੱਲ ਦਾ ਅੰਦਰ ਮਾਣ ਆਵੇਗਾ। ਇਹ ਸੇਵਕ ਕੀ ਵਸਤ ਸਦੀਵਾ, ਇਹ ਜਿਹੜੀ ਵਸਤੂ ਹੈ ਇਹ ਸੇਵਕ ਦੀ ਹੈ, ਕਿਉਂਕਿ ਗੁਰੂ ਦੀ ਤਾਬਿਆ, ਗੁਰੂ ਕਾ ਵਜ਼ੀਰ ਜਿਹੜਾ ਹੈ ਉਹ ਗੁਰੂ ਕਾ ਸੇਵਕ ਹੈ। ਇਹ ਜਿਹੜੀ ਵਸਤੂ ਹੈ ਸੇਵਕ ਦੇ ਹਿੱਸੇ ਆਣੀ ਚਾਹੀਦੀ ਹੈ। ਨਿਰਹੰਕਾਰ ਜਿਨਹੁ ਮਨ ਨੀਵਾ, ਇਹਦੇ ਹਿੱਸੇ ਸੇਵਾ ਆਉਣੀ ਚਾਹੀਦੀ ਹੈ ਜਿਹੜਾ ਨਿਰਹੰਕਾਰ ਹੈ, ਮਨ ਕਰਕੇ ਨੀਵਾ ਹੈ। ਤੇ ਨਿਰਹੰਕਾਰ ਮਨ ਕਰਕੇ ਨੀਵਾ ਉਹ ਹੀ ਹੋ ਸਕਦਾ ਹੈ ਜਿਹਨੇ ਗੁਰੂ ਦੀ ਸੇਵਾ ਹੱਥੀਂ ਕੀਤੀ ਹੋਵੇ। ਤੇ ਉਹ ਸੇਵਾ ਕੀਤੀ ਸੀ ਬਾਬਾ ਬੁੱਢਾ ਸਾਹਿਬ ਜੀ ਨੇ, ਕਿਉਂਕਿ ਸੇਵਾ ਕਰਨ ਦੇ ਨਾਲ ਮਨ ਨੀਵਾ ਹੁੰਦਾ ਹੈ। ਕੱਲਾ ਗਿਆਨ ਪ੍ਰਾਪਤ ਕਰ ਲੈਣਾ ਉਹਦੇ ਨਾਲ ਤੇ ਬੰਦੇ ਦੇ ਅੰਦਰ ਮਾਣ ਆ ਜਾਂਦਾ ਹੈ। ਆਪਾਂ ਦੇਖਦੇ ਹੀ ਹਨ ਕਿ ਜਿਹੜੇ ਲੋਕ ਪੈਸੇ ਦੇ ਕੇ ਵਿੱਦਿਆ ਪ੍ਰਾਪਤ ਕਰਦੇ ਨੇ ਉਹਨਾਂ ਨੂੰ ਵਿੱਦਿਆ ਪੜ੍ਹ ਕੇ ਆਪਣੇ ਅੰਦਰ ਬਹੁਤਾ ਮਾਣ, ਬਹੁਤਾਤ ਦੇਖਣ ਵਿੱਚ ਮਿਲਦਾ ਹੈ ਕਿ ਉਹ ਬਹੁਤੇ ਮਾਨੀ ਹੁੰਦੇ ਨੇ। ਕਿਉਂਕਿ ਗੁਰਦੇਵ ਦਾ ਪਾਵਨ ਵਚਨ ਵੀ ਆਪਾਂ ਬਾਣੀ ਅੰਦਰ ਪੜ੍ਹਦੇ ਹਾਂ ਕਿ ਜਦੋਂ ਵਿੱਦਿਆ ਪੜ੍ਹ ਕੇ ਬੰਦਾ ਬਹੁਤੀ ਮਾਇਆ ਕਮਾਉਣ ਲੱਗ ਪਿਆ ਤੇ ਫਿਰ ਉਹ ਦੂਜੇ ਦੀ ਗੱਲ ਸੁਣਨਾ ਪਸੰਦ ਹੀ ਨਹੀਂ ਕਰਦਾ।
ਇਸ ਲਈ ਗੁਰੂ ਸਾਹਿਬ ਜੀ ਨੇ ਕਿਹਾ, ਮਾਇਆ ਤਾਰੀ ਅਤ ਅੰਨਾ ਬੋਲਾ, ਸ਼ਬਦ ਨ ਸੁਣੀ ਬਹੁ ਰੋਲ ਘਚੋਲਾ। ਉਹ ਆਪਣਾ ਹੀ ਰੋਲਾ ਪਾ ਕੇ ਰੱਖੇਗਾ, ਉਹਨੂੰ ਕਿਸੇ ਦੀ ਗੱਲ ਚੰਗੀ ਨਹੀਂ ਲੱਗਦੀ, ਕਿਉਂਕਿ ਉਹਨੂੰ ਆਪਣੇ ਅਹੁਦੇ ਦਾ ਮਾਣ, ਧਨ ਦਾ ਮਾਣ, ਵਿੱਦਿਆ ਦਾ ਮਾਣ, ਹਰ ਚੀਜ਼ ਦਾ ਮਾਣ ਹੈ। ਇਹ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਬਿਠਾਉਣਾ, ਜਿਹੜਾ ਦੂਜਿਆਂ ਨੂੰ ਉਪਦੇਸ਼ ਦੇਵੇ, ਤੇ ਉਪਦੇਸ਼ ਉਹ ਦੇ ਸਕਦਾ ਜਿਹੜਾ ਆਪ ਨਿਰਹੰਕਾਰੀ ਹੋਵੇ, ਤੇ ਨਿਰਹੰਕਾਰੀ ਉਹ ਹੋ ਸਕਦਾ ਜਿਹਨੇ ਹੱਥੀਂ ਸੇਵਾ ਕੀਤੀ ਹੋਵੇ। ਕਿਉਂਕਿ ਸਭ ਤੋਂ ਪਹਿਲਾਂ ਗੁਰੂ ਨਾਨਕ ਸਾਹਿਬ ਜੀ ਨੇ ਜਿਹੜੇ ਸਿੱਖੀ ਦੇ ਅਸੂਲ ਦਿੱਤੇ ਨੇ, ਉਹ ਦੋ ਇਹ ਨੇ, ਸੇਵਾ ਅਤੇ ਸਿਮਰਨ। ਸੇਵਾ ਕਰਨ ਦੇ ਨਾਲ ਅੰਦਰ ਨਿਮਰਤਾ ਹੁੰਦੀ ਹੈ, ਹੰਕਾਰ ਦੂਰ ਹੁੰਦਾ ਹੈ। ਜਦੋਂ ਹੰਕਾਰ ਦੂਰ ਹੋਇਆ ਤੇ ਫਿਰ ਮਨ ਨਿਰਮਲ ਹੋ ਜਾਂਦਾ ਹੈ, ਮਨ ਪਵਿੱਤਰ ਹੋ ਜਾਂਦਾ ਹੈ। ਜਦੋਂ ਇਹ ਮਨ ਪਵਿੱਤਰ ਹੁੰਦਾ, ਫਿਰ ਗੁਰੂ ਦਾ ਉਪਦੇਸ਼ ਉਹਦੇ ਅੰਦਰ ਘਰ ਕਰਦਾ ਹੈ। ਗੁਰੂ ਸਾਹਿਬ ਸਾਨੂੰ ਕੀ ਕਹਿ ਰਹੇ ਨੇ? ਫਿਰ ਮਨ ਦੇ ਵਿੱਚ ਉਹ ਗੁਰੂ ਦਾ ਉਪਦੇਸ਼ ਵਸਦਾ ਹੈ। ਜਿਹਦੇ ਹਿਰਦੇ ਵਿੱਚ ਗੁਰੂ ਦਾ ਉਪਦੇਸ਼ ਵਸਿਆ ਹੋਵੇ, ਉਹੀ ਦੂਜੇ ਅੰਦਰ ਉਪਦੇਸ਼ ਨੂੰ ਵਸਾ ਸਕਦਾ। ਇਹ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਇਸ ਗੱਲ ਨੂੰ ਚੰਗੀ ਤਰ੍ਹਾਂ ਆਪਣੇ ਧਿਆਨ ਵਿੱਚ ਲਿਆਂਦਾ। ਬੇਦੀ ਤੇਹਣ ਭੱਲੇ ਵੰਸ, ਸੋਢੀ ਜੇ ਕੁਲ ਕੇ ਅਵਤੰਸ, ਨਿਜ ਕੁਲ ਕੋ ਇਨ ਕੋ ਹੰਕਾਰਾ, ਕਰ ਨਾ ਸਕੈ ਸੇਵ ਉਦਾਰਾ। ਇਹ ਸੇਵਕ ਕੀ ਵਸਤ ਸਦੀਵਾ, ਨਿਰਹੰਕਾਰ ਜਿਨੋਂ ਮਨ ਨੀਵਾ। ਜਿਹਦਾ ਮਨ ਬਹੁਤ ਨੀਵਾਂ ਹੈ, ਨਿਮਰਤਾ ਵਿੱਚ ਰਹਿ ਰਿਹਾ ਹੈ, ਉਹ ਨਿਰਹੰਕਾਰੀ ਹੈ। ਉਹਦੇ ਅੰਦਰ ਕਿਸੇ ਗੱਲ ਦਾ ਹੰਕਾਰ ਨਹੀਂ, ਨਾ ਜਾਤੀ ਦਾ, ਨਾ ਗੁਣ ਦਾ, ਨਾ ਅਹੁਦੇ ਦਾ, ਨਾ ਧਨ ਦਾ। ਜਿਹੜਾ ਨਿਰਹੰਕਾਰ ਹੋ ਕੇ ਗੁਰੂ ਦੀ ਤਾਬਿਆ ਬੈਠ ਸਕੇ, ਸੇਵਾ ਬਿਖੈ ਨਿਪੁੰਨ ਜੋ ਹੋਏ। ਜਿਹੜਾ ਸੇਵਾ ਦੇ ਵਿੱਚ ਨਿਪੁੰਨ ਹੋਵੇ, ਜਿਹਨੇ ਤਨ ਮਨ ਧਨ ਗੁਰੂ ਨੂੰ ਅਰਪਣ ਕੀਤਾ ਹੋਵੇ, ਜਿਹੜਾ ਸੇਵਾ ਦੇ ਵਿੱਚ ਨਿਪੁੰਨ ਹੋਇਆ ਹੋਵੇ, ਪਾਸ ਹੋਇਆ ਹੋਵੇ, ਕਰੀਏ ਇਹਾਂ ਸਥਾਪਨ ਸੋਏ। ਉਹਨੂੰ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਬਿਠਾਉਣਾ ਹੈ। ਸੇਵਾ ਕਰਨ ਵਾਲੇ ਤਾਂ ਆਪਾਂ ਸਾਰੇ ਕਹਿ ਦਿੰਦੇ ਹਾਂ ਕਿ ਆਪਾਂ ਸੇਵਕ ਹਾਂ, ਪਰ ਪੜ੍ਹਦੇ ਤਾਂ ਸਕੂਲ ਵਿੱਚ, ਕਾਲਜ ਵਿੱਚ ਵਿਦਿਆਰਥੀ ਸਾਰੇ ਹੀ ਨੇ। ਪਰ ਜਿਹੜਾ ਵਿਦਿਆ ਪੜ੍ਹ ਕੇ ਚੰਗੇ ਨੰਬਰ ਪ੍ਰਾਪਤ ਕਰਦਾ ਹੈ, ਉਹਨੂੰ ਸਕੂਲ ਵੱਲੋਂ, ਕਾਲਜ ਵੱਲੋਂ ਮਾਣ ਦਿੱਤਾ ਜਾਂਦਾ ਹੈ ਕਿ ਸਾਡਾ ਹੋਣਹਾਰ ਵਿਦਿਆਰਥੀ। ਇਸੇ ਤਰ੍ਹਾਂ ਸੇਵਾ ਤੇ ਸਾਰੇ ਹੀ ਕਰ ਰਹੇ, ਪਰ ਸੇਵਾ ਕਰਕੇ ਜਿਹਨੇ ਗੁਰੂ ਦਾ ਉਪਦੇਸ਼ ਕਮਾਇਆ ਹੈ, ਸੇਵਾ ਕਰਦਿਆਂ ਕਰਦਿਆਂ ਇੱਧਰ ਉੱਧਰ ਦੀਆਂ ਗੱਲਾਂ ਕਰਕੇ ਸਮਾਂ ਬਤੀਤ ਕਰ ਲੈਣਾ, ਚਾਰ ਉਹਦੀਆਂ ਕਰ ਦਿੱਤੀਆਂ, ਚਾਰ ਉਹਦੀਆਂ ਕਰ ਦਿੱਤੀਆਂ। ਸੇਵਾ ਕਰਕੇ ਤਾਂ ਅੰਦਰ ਨਿਮਰਤਾ ਹੋਣੀ ਸੀ, ਆਪਣਾ ਆਪ ਜਿਹੜਾ ਸੀ ਉਹ ਗੁਰੂ ਤੋਂ ਸਮਰਪਿਤ ਕਰ ਦੇਣਾ ਸੀ। ਆਪਣਾ ਅੰਦਰ ਜਿਹੜਾ ਆਪਣੇ ਆਪ ਨੂੰ ਬਹੁਤ ਨੀਵਾਂ ਜਾਣਨਾ, ਆਪਸ ਕਉ ਜੋ ਜਾਣੈ ਨੀਚਾ, ਸੋ ਗਨੀਐ ਸਭ ਤੇ ਉੱਚਾ। ਜਦੋਂ ਅੰਦਰ ਨਿਰਹੰਕਾਰ ਹੋਇਆ, ਫਿਰ ਗੁਰੂ ਦਾ ਅੰਦਰ ਉਪਦੇਸ਼ ਟਿਕਿਆ ਤੇ ਮਨ ਪਵਿੱਤਰ ਹੋ ਗਿਆ। ਇਸ ਲਈ ਜਿਹੜਾ ਸੇਵਾ ਦੇ ਵਿੱਚ ਪਾਸ ਹੋਇਆ ਹੋਵੇ, ਸੇਵਾ ਕਰਕੇ ਜਿਹਨੇ ਆਪਣਾ ਆਪ ਗਵਾ ਦਿੱਤਾ ਹੋਵੇ, ਆਪ ਗਵਾਈਐ ਤਾ ਸਹੁ ਪਾਈਐ ਔਰ ਕੈਸੀ ਚਤੁਰਾਈ। ਜਾਂ ਗੁਰੂ ਅਮਰਦਾਸ ਜੀ ਦੇ ਬਚਨ ਪੜ੍ਹਦੇ ਹਾਂ, ਹਸਤੀ ਸਿਰ ਜਿਉ ਅੰਕਸ ਹੈ, ਅਹਰਣ ਜਿਉ ਸਿਰ ਦੇ, ਮਨ ਤਨ ਆਗੈ ਰਾਖ ਕੈ ਉਭੀ ਸੇਵ ਕਰੇ, ਇਉ ਗੁਰਮੁਖ ਆਪ ਨਿਵਾਰੀਐ ਸਭ ਰਾਜ ਸ੍ਰਿਸ਼ਟ ਕਾਲੇ। ਜਿਹੜਾ ਆਪਾ ਨਿਵਾਰ ਦਿੰਦਾ ਹੈ ਗੁਰੂ ਦੇ ਅੱਗੇ, ਫਿਰ ਉਹਨੂੰ ਸਾਰੀ ਸ੍ਰਿਸ਼ਟੀ ਦਾ ਰਾਜ ਪ੍ਰਾਪਤ ਹੁੰਦਾ। ਜਿਸ ਤਰ੍ਹਾਂ ਬਾਬਾ ਬੁੱਢਾ ਸਾਹਿਬ ਨੂੰ ਇਹ ਮਾਣ ਗੁਰੂ ਅਰਜਨ ਦੇਵ ਸਾਹਿਬ ਨੇ ਅੱਜ ਦੇਣਾ। ਇਸ ਲਈ ਹਿਰਦੇ ਵਿੱਚ ਗੁਰੂ ਸਾਹਿਬ ਨੇ ਵਿਚਾਰ ਕੀਤੀ ਹੈ, ਸੇਵਾ ਵੇਖੈ ਨਿਪੁੰਨ ਜੋ ਹੋਏ, ਕਰੀਐ ਇਹਾਂ ਸਥਾਪਨ ਸੋਏ। ਉਹਨੂੰ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਤੇ ਬਿਠਾਈਏ। ਸ਼੍ਰੀ ਨਾਨਕ ਕੋ ਦਰਸ਼ਨ ਕੀਨ। ਫਿਰ ਉਸ ਵਕਤ ਧਿਆਨ ਗਿਆ ਗੁਰੂ ਅਰਜਨ ਦੇਵ ਸਾਹਿਬ ਜੀ ਦਾ, ਅਤੀ ਸਨਮਾਨਯੋਗ ਪੂਰਨ ਬ੍ਰਹਮ ਗਿਆਨੀ, ਇੰਦਰੀ ਜਿਤ ਜੋਧਾ, ਕਹਿਣੀ ਅਤੇ ਕਥਨੀ ਦਾ ਪੂਰਾ, ਕਮਾਈ ਵਾਲਾ ਉਹ ਸੂਰਮਾ, ਜਿਹਨੇ ਆਪਣੇ ਪੰਜਾਂ ਵਕਾਰਾਂ ਨੂੰ ਜਿੱਤਿਆ ਹੋਇਆ, ਜਿਨ੍ਹਾਂ ਬਾਰੇ ਬਾਣੀ ਦੇ ਵਿੱਚ ਇਹ ਬਚਨ ਪੜ੍ਹਦੇ ਹਾਂ, ਆਤਮ ਜਿਣੈ ਸਗਲ ਵਸ ਤਾਕੈ, ਜਾ ਕਾ ਸਤਿਗੁਰ ਪੂਰਾ। ਉਹ ਜਿਨ੍ਹਾਂ ਨੇ ਆਪਣੀ ਆਤਮਾ ਨੂੰ, ਮਨ ਨੂੰ ਜਿੱਤਿਆ ਹੋਇਆ। ਗੁਰੂ ਨਾਨਕ ਸ਼੍ਰੀ ਨਾਨਕ ਕੋ ਦਰਸ਼ਨ ਕੀਨ, ਜਿਨ੍ਹਾਂ ਨੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਸੰਗਤ ਮਾਣੀ, ਗੁਰੂ ਅੰਗਦ ਦੇਵ ਸਾਹਿਬ ਦੀ ਸੇਵਾ ਕੀਤੀ, ਗੁਰੂ ਅਮਰਦਾਸ ਸਾਹਿਬ ਦੀ ਸੇਵਾ 'ਚ ਹਾਜ਼ਰ ਰਹੇ, ਗੁਰੂ ਰਾਮਦਾਸ ਜੀ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ। ਇਸ ਸਮੇਂ ਹੁਣ ਸੇਵਾ ਨਿਭਾ ਰਹੇ। ਗੁਰੂ ਨਾਨਕ ਸਾਹਿਬ ਜੀ ਤੋਂ ਬਖਸ਼ਿਸ਼ਾਂ ਲਈਆਂ ਹਨ। ਅਸ ਬੁੱਢਾ ਵਿੱਚ ਸੇਵ ਪ੍ਰਬੀਨ। ਐਸੇ ਹਨ ਬਾਬਾ ਬੁੱਢਾ ਸਾਹਿਬ ਜੀ ਜੋ ਸੇਵਾ ਦੇ ਵਿੱਚ ਬਹੁਤ ਪ੍ਰਬੀਨ ਹਨ, ਸਿਆਣੇ ਨੇ, ਚਤੁਰ ਹਨ। ਕਿਉਂਕਿ ਸੇਵਾ ਦੇ ਵਿੱਚ ਵੀ ਸਿਆਣਪ ਚਾਹੀਦੀ ਹੈ ਨਾ। ਜੇ ਸੇਵਾ ਕਰਕੇ, ਬਾਣੀ ਪੜ੍ਹ ਕੇ, ਸੰਗਤ ਕਰਕੇ ਆਪਾਂ ਹੀ ਜਣਾਈ ਗਏ ਕਿ ਆਪਾਂ ਇੰਨਾ ਕੁਝ ਕਰਦੇ ਹਾਂ, ਇੰਨੀ ਸੰਗਤ ਕਰ ਲੈਂਦੇ ਹਾਂ, ਇੰਨੀ ਬਾਣੀ ਪੜ੍ਹ ਲੈਂਦੇ ਹਾਂ, ਤੁਸੀਂ ਕੀ ਕਰਦੇ ਹੋ? ਜੇ ਆਪਾਂ ਜਣਾ ਦਿੱਤਾ ਤੇ ਫਿਰ ਇਹਦੀ ਕੋਈ ਬਹੁਤੀ ਜਿਹੜੀ ਵਡਿਆਈ ਉਸ ਮਾਲਕ ਦੇ ਦਰ ਉੱਤੇ ਨਹੀਂ ਮਿਲਦੀ। ਮਿਲਦੀ ਤਾਂ ਉਹਨੂੰ ਹੈ
ਜਿਹੜਾ ਇੱਥੇ ਆ ਕੇ ਆਪਣਾ ਆਪ ਗਵਾ ਦਿੰਦਾ ਹੈ। ਸੋ ਅਸ ਸੇਵਾ ਵਿੱਚ ਬੁੱਢਾ ਪ੍ਰਵੀਨ, ਐਸੀ ਸੇਵਾ ਦੇ ਵਿੱਚ ਬਾਬਾ ਬੁੱਢਾ ਸਾਹਿਬ ਪ੍ਰਵੀਨ ਨੇ ਹਮੇਸ਼ਾ ਗੁਰੂ ਕੀਆਂ ਖੁਸ਼ੀਆਂ ਲਈਆਂ, ਗੁਰੂ ਘਰੋਂ ਮਾਣ ਪ੍ਰਾਪਤ ਕੀਤਾ। ਪਰ ਜਦੋਂ ਵੀ ਕੁਝ ਮਿਲਿਆ ਤੇ ਲੈ ਕੇ ਪਿੱਛੇ ਖੜੇ ਹੋ ਗਏ। ਬਾਬਾ ਬੁੱਢਾ ਸਾਹਿਬ ਜਦੋਂ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਸੰਨ ਸਾਹਿਬ ਇਹਨਾਂ ਨੇ ਪ੍ਰਗਟ ਕੀਤਾ ਤੇ ਸਾਰੀ ਸੰਗਤ ਨੂੰ ਲਿਆ ਕੇ ਦਰਸ਼ਨ ਕਰਾਏ ਗੁਰੂ ਅਮਰਦਾਸ ਸਾਹਿਬ ਦੇ, ਤੇ ਦੀਵਾਨ ਸਜਿਆ, ਸਤਿਗੁਰੂ ਸੰਗਤ ਸਾਰੀ ਬੈਠੀ ਹੈ, ਸਤਿਗੁਰੂ ਸਿੰਘਾਸਨ ਤੇ ਸੁਭਾਏਮਾਨ, ਤੇ ਬਾਬਾ ਬੁੱਢਾ ਸਾਹਿਬ ਫਿਰ ਪਿੱਛੇ ਜਾ ਕੇ ਖਲੋ ਗਏ, ਸਭ ਤੋਂ ਪਿੱਛੇ ਜਾ ਕੇ। ਤੇ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਨੇ ਉਸ ਵੇਲੇ ਦੇਖ ਕੇ ਸੰਗਤ ਨੂੰ ਬਚਨ ਇਹ ਕਿਹਾ ਸੀ। ਗੁਰਦੇਵ ਕਹਿਣ ਲੱਗੇ, ਸੰਗਤ ਜੀ ਜੇ ਸਿੱਖੀ ਦੀ ਹੱਦ ਦੇਖਣੀ ਹੈ ਨਾ, ਤੇ ਉਹ ਦੇਖੋ ਬਾਬਾ ਬੁੱਢਾ ਸਾਹਿਬ ਖਲੋਤਾ, ਉਹ ਸਿੱਖੀ ਦੀ ਹੱਦ ਹੈ। ਇੰਨਾ ਮਾਣ ਬਾਬਾ ਬੁੱਢਾ ਸਾਹਿਬ ਨੂੰ ਗੁਰੂ ਸਾਹਿਬ ਨੇ ਆਪ ਬਖਸ਼ ਦੇ ਰਹੇ। ਅੱਜ ਗੁਰੂ ਅਰਜਨ ਦੇਵ ਸਾਹਿਬ ਨੇ ਚੋਣ ਕੀਤੀ, ਤਾਬਿਆ ਕਿਨੂੰ ਬਿਠਾਈਏ, ਸ਼੍ਰੀ ਨਾਨਕ ਕੋ ਦਰਸ਼ਨ ਕੀਨ, ਅਸ ਸੇਵਾ ਵਿੱਚ ਬੁੱਢਾ ਪ੍ਰਵੀਨ। ਐਸੀ ਸੇਵਾ ਵਿੱਚ ਬਾਬਾ ਬੁੱਢਾ ਸਾਹਿਬ ਜੀ ਪ੍ਰਵੀਨ ਹਨ, ਸਿਆਣੇ ਹਨ। ਏਮ ਵਿਚਾਰ ਕਰ ਨਿੰਦਰਾ ਪਾਈ। ਇਸ ਤਰ੍ਹਾਂ ਰਾਤ ਵਿਚਾਰ ਕੀਤੀ ਹੈ ਤੇ ਗੁਰੂ ਅਰਜਨ ਦੇਵ ਸਾਹਿਬ ਸਾਰੀ ਸੰਗਤ ਬਿਰਾਜਮਾਨ ਹੈ। ਉੱਥੇ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਸੰਗਤ ਵਿੱਚ ਬਿਰਾਜ ਗਏ ਹਨ। ਜਾਗੇ ਜਾਮਨ ਜਾਮ ਰਹਾਈ। ਪਹਿਰ ਰਾਤ ਰਹਿੰਦਿਆਂ ਗੁਰਦੇਵ ਸਤਿਗੁਰੂ ਜਾਗੇ ਹਨ। ਬੁੱਢਾ ਪੁਨ ਗੁਰਦਾਸ ਜੋ ਜਾਗੇ। ਬਾਬਾ ਬੁੱਢਾ ਸਾਹਿਬ ਅਤੇ ਭਾਈ ਗੁਰਦਾਸ ਸਾਹਿਬ ਜੀ ਵੀ ਜਾਗੇ ਹਨ। ਸ੍ਰੀ ਗੁਰ ਚਰਨ ਪ੍ਰੇਮ ਮਹਿ ਪਾਗੇ। ਸਾਰਿਆਂ ਦੇ ਜਿਹੜੇ ਚਿੱਤ ਸੀ ਉਹ ਗੁਰੂ ਸਾਹਿਬ ਦੇ ਚਰਨਾਂ ਦੇ ਪ੍ਰੇਮ ਦੇ ਨਾਲ ਭਿੱਜੇ ਹੋਏ ਹਨ। ਸ਼ੌਚ ਰਾਮ ਸਰ ਕੀਨ ਇਸ਼ਨਾਨਾ। ਇਸ਼ਨਾਨ ਕਰਕੇ ਫਿਰ ਰਾਮਸਰ ਸਾਹਿਬ ਵਾਲਾ ਜਿਹੜਾ ਸਰੋਵਰ ਹੈ ਉੱਥੇ ਪਹਿਲਾਂ ਤਿਆਰੀ ਸੀ, ਉੱਥੇ ਇਸ਼ਨਾਨ ਕੀਤਾ ਹੈ। ਬਦਰੀ ਤਰ ਬੈਠੇ ਕਰ ਧਿਆਨਾ। ਸਤਿਗੁਰੂ ਜੀ ਇਸ਼ਨਾਨ ਕਰਕੇ ਜਿੱਥੇ ਬੇਰੀ ਦਾ ਰੁੱਖ ਅੱਜ ਵੀ ਮੌਜੂਦ ਹੈ, ਉੱਥੇ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਸਮਾਧੀ ਵਿੱਚ ਬੈਠੇ ਹਨ। ਦਵੈ ਘਟਕਾ ਲਖ ਅੰਮ੍ਰਿਤ ਕਾਲਾ। ਜਦੋਂ 2 ਘੜੀਆਂ ਬਰਾਤ ਬਾਕੀ ਰਹਿੰਦੀ ਸੀ, ਅੰਮ੍ਰਿਤ ਵੇਲੇ ਦਾ ਸਮਾਂ ਸੀ। ਸ਼੍ਰੀ ਅਰਜਨ ਬਚ ਕਹਿਓ ਰਸਾਲਾ। ਰਸ ਦਾ ਇੱਕ ਸੁੰਦਰ ਮਨੋਹਰ ਬਚਨ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਬਾਬਾ ਜੀ ਨੂੰ ਕਹੇ ਨੇ। ਬੁੱਢਾ ਨਿਜ ਸਿਰ ਪਰ ਧਰ ਗ੍ਰੰਥ। ਗੁਰਦੇਵ ਨੇ ਆਵਾਜ਼ ਦਿੱਤੀ ਆ ਬਾਬਾ ਬੁੱਢਾ ਸਾਹਿਬ ਜੀ ਨੂੰ। ਗੁਰਦੇਵ ਕਹਿੰਦੇ ਨੇ, ਬਾਬਾ ਬੁੱਢਾ ਸਾਹਿਬ ਨਿਜ ਸਿਰ ਧਰ ਪਰ ਗ੍ਰੰਥ, ਆਪਣੇ ਸਿਰ ਦੇ ਉੱਤੇ ਇਹ ਗ੍ਰੰਥ ਸਾਹਿਬ ਦੀ ਬੀੜ ਤੁਸੀਂ ਬਿਰਾਜਮਾਨ ਕਰੋ। ਕਿਉਂਕਿ ਸਾਰਿਆਂ ਦਾ ਇਹ ਧਿਆਨ ਸੀ ਕਿ ਗੁਰੂ ਗ੍ਰੰਥ ਸਾਹਿਬ ਦਾ ਪਾਵਨ ਸਰੂਪ ਗੁਰੂ ਦਾ ਆਪਣਾ ਸਰੂਪ ਹੈ। ਇਹ ਬੀੜ ਗੁਰੂ ਅਰਜਨ ਦੇਵ ਸਾਹਿਬ ਆਪ ਲੈ ਕੇ ਜਾਣਗੇ। ਪਰ ਸਭ ਤੋਂ ਵੱਧ ਮਾਣ ਸਤਿਗੁਰਾਂ ਨੇ ਅੱਜ ਫੇਰ ਬਾਬਾ ਬੁੱਢਾ ਸਾਹਿਬ ਨੂੰ ਦਿੱਤਾ। ਗੁਰਦੇਵ ਕਹਿੰਦੇ, ਬੁੱਢਾ ਨਿਜ ਸਿਰ ਧਰ ਪਰ ਗ੍ਰੰਥ, ਇਹ ਗ੍ਰੰਥ ਸਾਹਿਬ ਦੀ ਬੀੜ ਆਪਣੇ ਸਿਰ ਦੇ ਉੱਤੇ ਸਜਾਵੋ। ਆਗੇ ਚਲੋ ਸੁਧਾ ਸਰ ਪੰਥ। ਅੰਮ੍ਰਿਤ ਸਰੋਵਰ ਵੱਲ ਤੁਸੀਂ ਅੱਗੇ ਇਹ ਬੀੜ ਲੈ ਕੇ ਚੱਲੋ। ਮਾਨ ਬਾਕ ਲੋ ਭਇਓ ਅਗਾਰੇ। ਜਦੋਂ ਗੁਰੂ ਸਾਹਿਬ ਦਾ ਬਚਨ ਸੁਣਿਆ ਬਾਬਾ ਬੁੱਢਾ ਸਾਹਿਬ ਜੀ ਨੇ, ਸ਼੍ਰੀ ਗ੍ਰੰਥ ਸਾਹਿਬ ਦੀ ਬੀੜ ਜਿਹੜੀ ਸੀ, ਇਹ ਸਰੂਪ ਜਿਹੜਾ ਸੀ ਆਪਣੇ ਸੀਸ ਦੇ ਉੱਤੇ ਸਿਰ ਤੇ ਸੁਭਾਈਮਾਨ ਕੀਤਾ ਹੈ। ਸਿਰ ਦੇ ਉੱਤੇ ਸਰੂਪ ਲੈ ਕੇ ਰਾਮਸਰ ਸਾਹਿਬ ਵਾਲੇ ਅਸਥਾਨ ਤੋਂ ਅੰਮ੍ਰਿਤਸਰ ਵੱਲ, ਇਧਰ ਹਰਮੰਦਰ ਸਾਹਿਬ ਵੱਲ ਚੱਲ ਪਏ ਹਨ। ਚਮਰ ਗੁਰੂ ਅਰਜਨ ਕਰ ਧਾਰੇ। ਚੌਰ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਆਪਣੇ ਹੱਥ ਵਿੱਚ ਲਿਆ ਹੈ। ਬਾਬਾ ਬੁੱਢਾ ਸਾਹਿਬ ਜੀ ਦੇ ਸਿਰ ਦੇ ਉੱਤੇ ਗ੍ਰੰਥ ਸਾਹਿਬ ਦਾ ਸਰੂਪ ਬੀੜ ਹੈ ਤੇ ਚੌਰ ਦੀ ਸੇਵਾ ਗੁਰੂ ਅਰਜਨ ਦੇਵ ਸਾਹਿਬ ਨੇ ਆਪ ਲਈ ਹੈ। ਸੰਖ ਅਨਕ ਲਗ ਦੁੰਦਬ ਬਾਜੇ। ਅਨੇਕਾਂ ਹੀ ਜਿਹੜੇ ਸਿੱਖ ਸਨ ਉਹ ਸੰਖ ਪੂਰ ਰਹੇ ਹਨ, ਕਈ ਵਾਜੇ ਵਜਾ ਰਹੇ ਹਨ। ਜੈ ਜੈਕਾਰ ਊਚ ਸੁਰ ਗਾਜੇ। ਉੱਚੀ ਉੱਚੀ ਸੁਰਾਂ ਦੇ ਵਿੱਚ ਵਾਜੇ ਜਿਹੜੇ ਵਜਾਏ ਗਏ ਹਨ, ਜੈ ਜੈਕਾਰ ਦੀ ਧੁਨੀ ਉੱਠੀ ਹੈ। ਸੁੰਦਰ ਸ਼੍ਰੀ ਹਰਿ ਗੋਬਿੰਦ ਚੰਦ। ਸ਼੍ਰੀ ਹਰਗੋਬਿੰਦ ਸਾਹਿਬ ਜੀ ਸਾਰਿਆਂ ਦੇ ਵਿੱਚ ਚੰਦਰਮਾ ਦੀ ਤਰ੍ਹਾਂ ਸ਼ੋਭਾ ਪਾ ਰਹੇ ਨੇ। ਬਾਲ ਅਵਸਥਾ ਵਿੱਚ ਨੇ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ। ਜਦੋਂ ਬੀੜ ਨੂੰ ਲੈ ਕੇ ਸ਼੍ਰੀ ਗ੍ਰੰਥ ਸਾਹਿਬ ਦੇ ਸਰੂਪ ਨੂੰ ਰਾਮਸਰ ਸਾਹਿਬ ਤੋਂ ਚੱਲੇ ਨੇ ਨਾ ਹਰਮੰਦਰ ਸਾਹਿਬ ਵੱਲ, ਸੰਗਤ ਜੀ ਅੱਜ ਵੀ ਇਸੇ ਤਰ੍ਹਾਂ ਜਦੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਪੁਰਬ ਆਉਂਦਾ ਹੈ ਤੇ ਅੰਮ੍ਰਿਤ ਵੇਲੇ ਜਿਹੜਾ ਨਗਰ ਕੀਰਤਨ ਹੈ ਉਹ ਸ਼੍ਰੀ ਰਾਮਸਰ ਸਾਹਿਬ ਵਾਲੇ ਅਸਥਾਨ ਤੋਂ ਚੱਲਦਾ ਹੈ। ਬੜੇ ਸਤਿਕਾਰ ਦੇ ਨਾਲ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਜੀ ਦੇ ਮੁੱਖ ਗ੍ਰੰਥੀ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਪਾਲਕੀ ਦੇ ਵਿੱਚ ਸੁਭਾਇਮਾਨ ਕਰਦੇ ਨੇ। ਤੇ ਜਿਹੜਾ ਬਾਜ਼ਾਰ ਹੈ, ਇਸ ਬਾਜ਼ਾਰ ਦੇ ਰਸਤੇ ਜਿੱਥੋਂ ਗੁਰੂ ਅਰਜਨ ਦੇਵ ਸਾਹਿਬ ਜੀ ਸਰੂਪ ਲੈ ਕੇ ਆਏ ਸਨ, ਉਸੇ ਤਰ੍ਹਾਂ ਹੀ ਉਸੇ ਪਰੰਪਰਾ ਨੂੰ ਸੰਭਾਲਦਿਆਂ ਹੋਇਆਂ ਇਹ ਅੰਮ੍ਰਿਤ ਵੇਲੇ ਨਗਰ ਕੀਰਤਨ ਚੱਲ ਕੇ
ਤੇ ਇੱਥੇ ਸ੍ਰੀ ਹਰਿਮੰਦਰ ਸਾਹਿਬ ਅਕਾਲ ਤਖਤ ਸਾਹਿਬ ਪਹੁੰਚਦਾ ਹੈ। ਸੋ ਬਾਬਾ ਬੁੱਢਾ ਸਾਹਿਬ ਜੀ ਨੇ ਗ੍ਰੰਥ ਸਾਹਿਬ ਸਰੂਪ ਆਪਣੇ ਸੀਸ ਤੇ ਸਜਾਇਆ। ਗੁਰੂ ਅਰਜਨ ਦੇਵ ਸਾਹਿਬ ਨੇ ਚੌਰ ਹੱਥ ਵਿੱਚ ਲਿਆ। ਸਿੱਖ ਜਿਹੜੇ ਨੇ ਉਹ ਸ਼ੰਖ ਪੂਰ ਰਹੇ ਨੇ, ਕਈ ਵਾਜੇ ਵਜਾ ਰਹੇ ਖੁਸ਼ੀ ਦੇ ਨਾਲ। ਸ੍ਰੀ ਹਰਗੋਬਿੰਦ ਸਾਹਿਬ ਜੀ ਬਾਲ ਅਵਸਥਾ ਵਿੱਚ ਇਹ ਵੀ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਨਾਲ ਚੱਲੇ ਹਨ। ਸੰਗ ਚਲਤ ਹੋਏ ਸ਼ੋਭ ਬਿਲੰਦ। ਸ੍ਰੀ ਹਰਗੋਬਿੰਦ ਸਾਹਿਬ ਜੀ ਗੁਰੂ ਅਰਜਨ ਦੇਵ ਸਾਹਿਬ ਪਿਤਾ ਸਤਿਗੁਰਾਂ ਦੇ ਨਾਲ ਚੱਲਦਿਆਂ ਬੜੀ ਸ਼ੋਭਾ ਪਾ ਰਹੇ ਹਨ। ਹਰ ਮੰਦਰ ਮੈਂ ਜਾਏ ਪਹੁੰਚੇ। ਚੱਲਦਿਆਂ ਸਾਰਾ ਅੱਜ ਤਾਂ ਚਲੋ ਬਾਜ਼ਾਰ ਹੈ, ਪਹਿਲਾਂ ਇਹਦੀਆਂ ਰੌਣਕਾਂ ਹੋਰ ਤਰ੍ਹਾਂ ਹੋਣਗੀਆਂ। ਤੇ ਇਸ ਤਰ੍ਹਾਂ ਸ੍ਰੀ ਰਾਮਸਰ ਸਾਹਿਬ ਵਾਲੇ ਸਥਾਨ ਤੋਂ ਚੱਲ ਕੇ ਹਰਿਮੰਦਰ ਸਾਹਿਬ ਇੱਥੇ ਪਹੁੰਚ ਗਏ ਹਨ। ਰਾਗੀ ਰਾਗ ਕਰਤ ਸੁਰ ਉੱਚੇ। ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰ ਜਿਹੜੇ ਰਾਗੀ ਸਨ ਉਹ ਉੱਚੀ ਸੁਰ ਦੇ ਨਾਲ ਕੀਰਤਨ ਗਾਇਨ ਕਰ ਰਹੇ। ਅੱਜ ਵੀ ਆਪਾਂ ਦੇਖਦੇ ਹਾਂ ਇਹ ਮਰਿਆਦਾ ਕੇਵਲ ਹਰਿਮੰਦਰ ਸਾਹਿਬ ਦੀ ਹੈ, ਕਿਉਂਕਿ ਬਾਹਰ ਜਿੰਨੇ ਵੀ ਗੁਰਧਾਮ ਹਨ ਪਹਿਲਾਂ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੁੰਦਾ ਹੈ, ਬਾਅਦ ਵਿੱਚ ਰਾਗੀ ਸਿੰਘ ਜਿਹੜੇ ਨੇ ਉਹ ਕੀਰਤਨ ਆਰੰਭ ਕਰਦੇ। ਪਰ ਸ੍ਰੀ ਹਰਿਮੰਦਰ ਸਾਹਿਬ ਦੀ ਮਰਿਆਦਾ ਅੱਜ ਵੀ ਤੁਸੀਂ ਦੇਖਦੇ ਹੋ, ਕੁਆੜ ਖੁੱਲ੍ਹਦਾ ਹੈ ਤੇ ਕੁਆੜ ਖੁੱਲ੍ਹਣ 'ਤੇ ਹੀ ਅੰਦਰ ਜਿਹੜੇ ਰਾਗੀ ਸਿੰਘ ਨੇ ਉਹ ਕੀਰਤਨ ਆਰੰਭ ਕਰ ਦਿੰਦੇ। ਫਿਰ ਸ੍ਰੀ ਅਕਾਲ ਤਖਤ ਸਾਹਿਬ ਤੋਂ ਪਾਲਕੀ ਚੱਲਦੀ ਹੈ, ਬਾਅਦ ਵਿੱਚ ਸ੍ਰੀ ਹਰਿਮੰਦਰ ਸਾਹਿਬ ਅੰਦਰ ਪ੍ਰਕਾਸ਼ ਹੁੰਦਾ ਹੈ। ਕਿਉਂਕਿ ਇਹ ਉਸੇ ਤਰ੍ਹਾਂ ਜਿਸ ਤਰ੍ਹਾਂ ਗੁਰੂ ਕਾਲ ਸਮੇਂ ਇਹ ਪ੍ਰਕਾਸ਼ ਹੋਇਆ, ਉਸੇ ਪਰੰਪਰਾ ਨੂੰ ਅੱਜ ਇਹ ਬਹਾਲ ਰੱਖਿਆ ਹੋਇਆ। ਹਰਿਮੰਦਰ ਸਾਹਿਬ ਦੇ ਅੰਦਰ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ, ਬਾਬਾ ਬੁੱਢਾ ਸਾਹਿਬ, ਭਾਈ ਗੁਰਦਾਸ ਸਾਹਿਬ, ਹੋਰ ਸਾਰੀਆਂ ਸਿੱਖ ਸੰਗਤਾਂ ਸ੍ਰੀ ਹਰਗੋਬਿੰਦ ਸਾਹਿਬ ਨਾਲ ਨੇ। ਚੱਲਦਿਆਂ ਇਹ ਬੀੜ ਲੈ ਕੇ ਗ੍ਰੰਥ ਸਾਹਿਬ ਜੀ ਦੀ ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰ ਪਹੁੰਚੇ ਹਨ। ਮੰਜੀ ਸਹਿਤ ਗ੍ਰੰਥ ਤਹਿ ਥਾਪ। ਬੜੇ ਸਤਿਕਾਰ ਦੇ ਨਾਲ ਮੰਜੀ ਸਾਹਿਬ ਜਿਹੜੀ ਸੀ, ਜਿਹਦੇ ਤੇ ਗ੍ਰੰਥ ਸਾਹਿਬ ਜੀ ਦਾ ਸਰੂਪ ਸੀ, ਉਹ ਮੰਜੀ ਸਮੇਤ ਸਰੂਪ ਜਿਹੜਾ ਸੀ ਅੰਦਰ ਲਿਆ ਕੇ ਬਿਰਾਜਮਾਨ ਕੀਤਾ ਹੈ। ਬੈਠੇ ਨਿਕਟ ਗੁਰੂ ਤਬ ਆਪ। ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਮੰਜੀ ਦੇ ਕੋਲ ਹੀ ਸ੍ਰੀ ਗ੍ਰੰਥ ਸਾਹਿਬ ਜੀ ਦੇ ਕੋਲ ਸਤਿਗੁਰੂ ਆਪ ਬਿਰਾਜਮਾਨ ਹੋਏ ਹਨ। ਵਾਰ ਭੋਗ ਕੋ ਸੁਨ ਮਨ ਲਾਈ। ਆਸਾ ਦੀ ਵਾਰ ਦਾ ਕੀਰਤਨ ਚੱਲ ਰਿਹਾ ਹੈ, ਇਸ ਕੀਰਤਨ ਨੂੰ ਮਨ ਲਾ ਕੇ ਸੁਣਿਆ ਹੈ। ਸ਼੍ਰੀ ਅਰਜਨ ਪੁਨ ਗਿਰਾ ਅਲਾਈ। ਫਿਰ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਆਪਣੀ ਰਸਨਾ ਤੋਂ ਬਾਬਾ ਬੁੱਢਾ ਸਾਹਿਬ ਜੀ ਨੂੰ ਬਚਨ ਕਿਹਾ। ਬੁੱਢਾ ਸਾਹਿਬ ਖੋਲੋ ਗ੍ਰੰਥ। ਬੜੇ ਸਤਿਕਾਰ ਦੇ ਨਾਲ ਗੁਰਦੇਵ ਨੇ ਕਿਹਾ ਬੁੱਢਾ ਸਾਹਿਬ। ਕਿਉਂਕਿ ਗ੍ਰੰਥ ਸਾਹਿਬ ਦੀ ਤਾਬਿਆ ਬੈਠੇ ਹਨ ਅੱਜ ਬਾਬਾ ਬੁੱਢਾ ਸਾਹਿਬ। ਤੇ ਜਿਹੜਾ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸੇਵਾ ਕਰਦਾ ਹੈ, ਜੇ ਸਾਹਿਬ ਦੀ ਸੇਵਾ ਕਰੇ ਉਹਨੂੰ ਵੀ ਮਾਲਕ ਸਾਹਿਬ ਵੀ ਦਿੰਦੇ। ਕਿਉਂਕਿ ਇੱਥੇ ਹਰ ਵਸਤੂ ਦੇ ਨਾਲ ਆਪਾਂ ਸਾਹਿਬ ਲਾਉਨੇ। ਜੇ ਚੌਰ ਪਿਆ ਦੁਕਾਨਾਂ ਦੇ ਵਿੱਚ ਤਾਂ ਅਨੇਕਾਂ ਹੀ ਨੇ, ਪਰ ਜਿਹੜਾ ਚੌਰ ਗੁਰੂ ਗ੍ਰੰਥ ਸਾਹਿਬ ਜੀ ਦੇ ਸੇਵਾ ਵਿੱਚ ਆ ਗਿਆ ਉਹਨੂੰ ਆਪਾਂ ਕਹਿੰਦੇ ਹਾਂ ਸਾਹਿਬ। ਪੀੜਾ ਪਿਆ ਹੈ, ਇਸ ਤਰ੍ਹਾਂ ਦੇ ਆਸਣ ਤਾਂ ਰਾਜੇ ਮਹਾਰਾਜਿਆਂ ਦੇ ਦਰਬਾਰ ਵਿੱਚ ਬਹੁਤ ਲੱਗੇ, ਉਹ ਸੋਨੇ ਦੇ ਜੜਤ ਹੀਰੇ ਜੜੇ ਹੋਏ ਨੇ, ਪਰ ਉਹਨਾਂ ਨੂੰ ਕੋਈ ਨਹੀਂ ਕਹਿੰਦਾ ਪਲੰਗਾ ਸਾਹਿਬ। ਪਰ ਜਿੱਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੋਣਾ ਆਪਾਂ ਕਹਿੰਦੇ ਪੀੜਾ ਸਾਹਿਬ। ਸੁਖਾਸਨ ਅਸਥਾਨ ਦੇ ਵਿੱਚ ਜਿਹੜਾ ਪਲੰਗਾ ਲੱਗਾ ਉਹਨੂੰ ਕਹਿੰਦੇ ਆ ਪਲੰਗਾ ਸਾਹਿਬ। ਇਸ ਲਈ ਜਿਹੜਾ ਗੁਰੂ ਦੀ ਤਾਬਿਆ ਵਿੱਚ ਬੈਠਾ ਹੈ, ਹਜ਼ੂਰੀ ਵਿੱਚ ਬੈਠਾ ਹੈ, ਮਹਾਰਾਜ ਦੇ ਇੱਕ ਬਚਨ ਬਾਣੀ 'ਚ ਪੜ੍ਹਦੇ ਹਾਂ, ਜੇ ਕੋ ਜੀ ਕਹੇ ਉਹਨਾਂ ਕੋ ਜਮ ਕੀ ਤਲਬ ਨਾ ਹੋਈ। ਜਿਹੜਾ ਗੁਰੂ ਦੀ ਸੇਵਾ ਕਰਨ ਵਾਲੇ ਨੂੰ ਜੀ ਲਾ ਕੇ ਬੁਲਾਉਂਦਾ ਹੈ ਨਾ, ਮਹਾਰਾਜ ਕਹਿੰਦੇ ਉਹਨੂੰ ਫਿਰ ਜਮ ਦਾ ਮੂੰਹ ਨਹੀਂ ਦੇਖਣਾ ਪੈਂਦਾ। ਇਹ ਬਚਨ ਗੁਰਦੇਵ ਦੇ ਆਪਾਂ ਬਾਣੀ ਅੰਦਰ ਪੜ੍ਹਦੇ ਹਾਂ। ਇਸ ਲਈ ਬੜੇ ਅਦਬ ਦੇ ਨਾਲ ਗੁਰੂ ਸਾਹਿਬ ਜੀ ਨੇ ਕਿਹਾ ਬੁੱਢਾ ਸਾਹਿਬ ਖੋਲੋ ਗ੍ਰੰਥ। ਬਾਬਾ ਬੁੱਢਾ ਸਾਹਿਬ ਤੁਸੀਂ ਇਹ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰੋ। ਲਿਹੋ ਆਵਾਜ਼ ਸੁਨਹਿ ਸਭ ਪੰਥ। ਆਵਾਜ਼ਾਂ ਲਵੋ ਸੁਨੇ ਸਭ ਪੰਥ। ਸਾਰਾ ਪੰਥ ਅੱਜ ਇਕੱਤਰ ਹੋਇਆ ਹੈ। ਉਹ ਪੰਥ ਗੁਰੂ ਨਾਨਕ ਸਾਹਿਬ ਜੀ ਦਾ ਸਾਰਾ ਪੰਥ ਅੱਜ ਹਾਜ਼ਰ। ਲਿਹੋ ਆਵਾਜ਼ ਸੁਨੇ ਸਭ ਪੰਥ। ਤੁਸੀਂ ਆਵਾਜ਼ਾਂ ਲਓ। ਪੁਰਾਣੇ ਸਮੇਂ ਵਿੱਚ ਹੁਣ ਤਾਂ ਆਪਾਂ ਮੁੱਖ ਵਾਕ ਸ਼ਬਦ ਵਰਤਦੇ ਹਾਂ, ਚਲੋ ਇਤਿਹਾਸ ਵਿੱਚ ਵੀ ਕਈ ਥਾਂ ਜ਼ਿਕਰ ਮਿਲਦਾ ਹੈ ਮੁੱਖ ਵਾਕ ਦਾ, ਪਰ ਗੁਰੂ ਸਾਹਿਬ ਜੀ ਦੇ ਗੁਰੂ ਕਾਲ ਸਮੇਂ ਇਹਨੂੰ ਆਵਾਜ਼ਾਂ ਸ਼ਬਦ ਵੀ ਕਿਹਾ ਜਾਂਦਾ ਸੀ। ਆਵਾਜ਼ਾਂ ਲਵੋ, ਭਾਈ ਸਾਹਿਬ ਨੇ ਆਵਾਜ਼ਾਂ ਲਿਆ ਹੈ। ਸੋ ਗੁਰੂ ਸਾਹਿਬ ਨੇ ਕਿਹਾ ਲਿਹੋ ਆਵਾਜ਼, ਜਿਹਨੂੰ ਆਪਾਂ ਮੁੱਖ ਵਾਕ ਕਹਿੰਦੇ ਹਾਂ। ਸੁਣਿਆ ਸਭ ਪੰਥ, ਮੁੱਖ ਵਾਕ ਲਓ, ਆਵਾਜ਼ਾਂ ਲਓ, ਸਾਰੇ ਪੰਥ ਨੂੰ ਸੁਣਾਵੋ। ਸੁਨ ਗੁਰ ਬਚਨ ਰੁਚਰ ਮਨ ਲਾਇਕ। ਸੁੰਦਰ ਬਚਨ ਗੁਰੂ ਸਾਹਿਬ ਜੀ ਦੇ ਬਾਬਾ ਬੁੱਢਾ ਸਾਹਿਬ ਜੀ ਨੇ ਮਨ ਲਾ ਕੇ ਸੁਣੇ ਹਨ। ਸਤ ਬਾਕ ਮੁਖ ਜਲਜ ਅਲਾਇਕ। ਆਪਣੇ ਕਮਲ ਸਰੀਖੇ ਮੁਖ ਤੋਂ ਬਾਬਾ ਬੁੱਢਾ ਸਾਹਿਬ ਜੀ ਨੇ ਕਿਹਾ ਸਤਿਗੁਰੂ ਸਤ ਬਚਨ। ਜੇ ਗੁਰੂ ਸਾਹਿਬ ਨੇ ਕਿਹਾ ਸਾਹਿਬ ਸਤਿਕਾਰ ਦੇ ਨਾਲ,
ਤੇ ਬਾਬਾ ਬੁੱਢਾ ਸਾਹਿਬ ਜੀ ਨੇ ਗੁਰਦੇਵ ਦਾ ਅਦਬ ਕਰਦਿਆਂ ਉਹਨਾਂ ਬਚਨਾਂ ਨੂੰ ਮੰਨਿਆ ਹੈ। ਅਦਬ ਸੰਗ ਤਬ ਗ੍ਰੰਥ ਸੋ ਖੋਲਾ। ਫਿਰ ਬੜੇ ਅਦਬ ਦੇ ਨਾਲ, ਕਿਉਂਕਿ ਇਹ ਅਕਾਲ ਪੁਰਖ ਦਾ ਆਪਣਾ ਸਰੂਪ ਹੈ, ਇਹ ਕਰਤਾਰ ਦਾ ਆਪਣਾ ਸਰੂਪ ਹੈ। ਮਹਾਰਾਜ ਦੇ ਬਚਨ ਤਾਂ ਬਾਣੀ 'ਚ ਪੜ੍ਹਦੇ ਹੀ ਆ ਨਾ, ਵਾਹੋ ਵਾਹੋ ਬਾਣੀ ਨਿਰੰਕਾਰ ਹੈ। ਇਸ ਲਈ ਅਦਬ ਦਾ ਜ਼ਰੂਰ ਧਿਆਨ ਰੱਖਣਾ, ਜਿਹੜਾ ਤਾਬਿਆ ਬਹਿ ਕੇ ਪ੍ਰਕਾਸ਼ ਕਰਨ ਲੱਗਾ ਹੈ। ਭਾਵੇਂ ਘਰਾਂ ਦੇ ਵਿੱਚ ਵੀ ਆਪਾਂ ਸਰੂਪ ਅੱਜ ਰੱਖੇ ਨੇ, ਚਲੋ ਚਿੱਤ ਤਾਂ ਸਾਰਿਆਂ ਦਾ ਕਰਦਾ ਬਾਣੀ ਪੜ੍ਹੀਏ ਸੁਣਾਈਏ, ਪਰ ਅਦਬ ਦਾ ਵੀ ਜ਼ਰੂਰ ਧਿਆਨ ਰੱਖੀਏ ਕਿ ਨਿਰੰਕਾਰ ਦਾ ਆਪਣਾ ਸਰੂਪ ਹੈ, ਇਹ ਨਿਰੰਕਾਰ ਦਾ ਵਸ ਹੈ। ਇਸ ਲਈ ਬੜੇ ਅਦਬ ਸਹਿਤ ਜਿਹੜੇ ਰੁਮਾਲੇ ਸਾਹਿਬ ਨੇ ਉਹਨਾਂ ਨੂੰ ਤੁਸੀਂ ਉਤਾਰਨਾ, ਜਾਂ ਸੁਖ ਆਸਣ ਵੇਲੇ ਉਹ ਰੁਮਾਲੇ ਸਾਹਿਬ ਬੜੇ ਸਤਿਕਾਰ ਦੇ ਨਾਲ ਲਾਉਣੇ। ਜੇ ਸਤਿਕਾਰ ਦੇਖਣਾ ਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਆਪ ਦੇਖ ਸਕਦੇ ਹੋ ਕਿ ਕਿੰਨੇ ਅਦਬ ਤੇ ਸਤਿਕਾਰ ਦੇ ਨਾਲ ਸਿੰਘ ਸਾਹਿਬਾਨ ਰੋਜ਼ਾਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਦੇ ਹਨ। ਸੋ ਬਾਬਾ ਬੁੱਢਾ ਸਾਹਿਬ ਜੀ ਨੇ ਫਿਰ ਅਦਬ ਸਹਿਤ ਗ੍ਰੰਥ ਸੋ ਖੋਲਾ, ਬੜੇ ਅਦਬ ਸਹਿਤ ਸਤਿਕਾਰ ਦੇ ਨਾਲ ਸ੍ਰੀ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਹੈ। ਲੈ ਆਵਾਜ਼ ਬੁੱਢਾ ਮੁਖ ਬੋਲਾ। ਬਾਬਾ ਬੁੱਢਾ ਸਾਹਿਬ ਜੀ ਨੇ ਪ੍ਰਕਾਸ਼ ਕੀਤਾ, ਆਵਾਜ਼ਾਂ ਲਿਆ, ਆਪਣੇ ਮੁਖ ਤੋਂ ਰਸਨਾ ਤੋਂ ਇਹ ਬਚਨ ਉਚਾਰਨ ਕੀਤੇ ਹਨ। ਸੋਹੀ ਮਹੱਲਾ ਪੰਜਵਾ। ਇਹ ਪਹਿਲਾ ਮੁਖ ਵਾਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰ ਆਇਆ, ਉਹ ਸੋਹੀ ਰਾਗ ਹੈ, ਮਹੱਲਾ ਪੰਜਵਾਂ। ਸੰਗਤ ਜੀ, ਸੰਮਤ 1661 ਭਾਦੋ ਸੁਦੀ ਏਕਮ ਦਾ ਦਿਨ ਹੈ। ਸੋ ਬਾਬਾ ਬੁੱਢਾ ਸਾਹਿਬ ਜੀ ਨੇ ਹਰਿਮੰਦਰ ਸਾਹਿਬ ਅੰਦਰ ਪਹਿਲਾ ਪ੍ਰਕਾਸ਼ ਕੀਤਾ ਹੈ, ਸੋਹੀ ਰਾਗ ਮਹੱਲਾ ਪੰਜਵਾਂ। ਪੰਜਵੇਂ ਪਾਤਸ਼ਾਹ ਜੀ ਦੀ ਉਚਾਰਨ ਕੀਤੀ ਹੋਈ ਪਾਵਨ ਬਾਣੀ ਹੈ। ਸੋ ਇਹ ਪਹਿਲਾ ਮੁੱਖ ਵਾਕ ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰ ਆਇਆ ਹੈ। ਸੰਤਾਂ ਕੇ ਕਾਰਜ ਆਪ ਖਲੋਇਆ। ਸੰਤਾਂ ਕੇ ਕਾਰਜ ਆਪ ਖਲੋਇਆ। ਇਹ ਕਾਰਜ ਅਕਾਲ ਪੁਰਖ ਦਾ ਆਪਣਾ ਹੈ ਤੇ ਇਸ ਨੂੰ ਕਰਨ ਦੇ ਵਿੱਚ ਲੱਗੇ ਹਨ ਉਹਦੇ ਪਿਆਰ ਵਾਲੇ ਸੰਤ ਜਨ, ਤੇ ਸੰਤਾਂ ਦੇ ਕਾਰਜ ਵਿੱਚ ਪਰਮਾਤਮਾ ਆਪ ਸਹਾਈ ਹੁੰਦਾ ਹੈ। ਜਿਸ ਕਾ ਕਾਰਜ ਤਿਨ ਹੀ ਕੀਆ ਮਾਨਸ ਕਿਆ ਵਿਚਾਰਾ। ਕਿਉਂਕਿ ਜਿਹੜੇ ਸੰਤ ਜਨ ਕਾਰਜ ਕਰਦੇ ਨੇ ਨਾ, ਉਹਨਾਂ ਦੇ ਕਾਰਜ ਕੋਈ ਆਪਣੇ ਲਈ ਨਹੀਂ ਹੁੰਦੇ, ਉਹਨਾਂ ਦੇ ਕਾਰਜ ਸਵਾਰਥ ਲਈ ਨਹੀਂ ਹੁੰਦੇ। ਸੰਤਾਂ ਦੇ ਕਾਰਜ ਹਮੇਸ਼ਾ ਪਰਉਪਕਾਰ ਲਈ ਹੁੰਦੇ ਨੇ। ਉਹ ਜੋ ਕੁਝ ਕਰਦੇ ਨੇ, ਜਿਨ੍ਹਾਂ ਬਾਰੇ ਆਪਾਂ ਬਾਣੀ 'ਚ ਪੜ੍ਹਦੇ ਹਾਂ ਕਿ ਜਨ ਪਰਉਪਕਾਰੀ ਆਏ, ਜੀ ਦਾਨ ਦੇ ਭਗਤੀ ਲਾਇਨ ਹਰ ਸਿਉ ਲੈਨ ਮਿਲਾਏ। ਉਹ ਸੰਤ ਜਨ ਜਿਹੜਾ ਇੱਕ ਇੱਕ ਸਵਾਸ ਪਰਉਪਕਾਰ ਵਿੱਚ ਬਤੀਤ ਕਰਦੇ, ਫਿਰ ਉਹਨਾਂ ਦਾ ਆਪਣਾ ਕਾਰਜ ਤਾਂ ਕੋਈ ਹੁੰਦਾ ਨਹੀਂ। ਇਹ ਅਕਾਲ ਪੁਰਖ ਦਾ ਆਪਣਾ ਕਾਰਜ ਹੈ। ਉਸ ਕਾਰਜ ਵਿੱਚ ਪਰਮਾਤਮਾ ਆਪ ਆਣ ਖਲੋਤਾ ਹੈ। ਹਰ ਕੰਮ ਕਰਾਵਣ ਆਇਆ RAM। ਉਹ ਰਮਿਆ ਹੋਇਆ ਪਰਮੇਸ਼ਰ ਵਾਹਿਗੁਰੂ ਆਪ ਹੀ ਸਾਰੇ ਕਾਰਜਾਂ ਨੂੰ ਕਰਾਉਣ ਵਾਸਤੇ, ਆਪਣੇ ਸੰਤਾਂ ਦੇ ਭਗਤਾਂ ਦੇ ਸਿੱਖ ਸੇਵਕਾਂ ਦੇ ਕਾਰਜ ਨੂੰ ਕਰਾਉਣ ਵਾਸਤੇ ਆਪ ਹਾਜ਼ਰ ਹੋਇਆ ਹੈ। ਧਰਤ ਸੁਹਾਵੀ ਤਾਲ ਸੁਹਾਵਾ। ਇਹ ਜਿਹੜਾ ਕਾਰਜ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਆਰੰਭਿਆ, ਇਸ ਕਾਰਜ ਵਿੱਚ ਕਰਤਾ ਆਪ ਸਹਾਈ ਹੋਇਆ। ਤੇ ਮਹਾਰਾਜ ਕਹਿੰਦੇ ਨੇ ਆਪ ਅਕਾਲ ਪੁਰਖ ਪਰਮੇਸ਼ਰ ਵਾਹਿਗੁਰੂ ਹਰ ਕੰਮ ਕਰਾਵਣ ਆਇਆ ਰਾ। ਇਹ ਕੰਮ ਨੂੰ ਕਰਾਉਣ ਵਾਸਤੇ ਪਰਮਾਤਮਾ ਆਪ ਹਾਜ਼ਰ ਹੋਇਆ। ਇਹ ਪਾਵਨ ਸ਼ਬਦ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਉਦੋਂ ਉਚਾਰਿਆ ਜਦੋਂ ਸ੍ਰੀ ਹਰਿਮੰਦਰ ਸਾਹਿਬ ਦਾ ਪਾਵਨ ਸਰੋਵਰ ਦੀ ਸੇਵਾ ਸਤਿਗੁਰੂ ਆਪ ਕਰਵਾ ਰਹੇ ਸਨ। ਤੇ ਜਿੱਥੇ ਹਰਿਮੰਦਰ ਸਾਹਿਬ ਦਾ ਸਥਾਨ ਤੁਸੀਂ ਦੇਖਦੇ ਹੋ, ਇੱਥੇ ਇੱਕ ਵੱਡਾ ਕੜ ਸੀ। ਸੋ ਉਹ ਬਹੁਤ ਵੱਡਾ ਕੜ ਨਹੀਂ ਸੀ ਟੁੱਟ ਰਿਹਾ, ਬੜੇ ਕਾਰੀਗਰ ਲੱਗੇ, ਨਾ ਉਹਨਾਂ ਕੋਲ ਟੁੱਟਿਆ। ਤੇ ਬਾਅਦ ਵਿੱਚ ਸਿੱਖਾਂ ਨੇ ਗੁਰੂ ਸਾਹਿਬ ਦੇ ਚਰਨਾਂ 'ਚ ਬੇਨਤੀ ਕੀਤੀ ਸੀ, ਮਹਾਰਾਜ ਹੁਣ ਕਿਸ ਤਰ੍ਹਾਂ ਤੋੜੀ। ਫਿਰ ਗੁਰੂ ਸਾਹਿਬ ਜੀ ਨੇ ਆਪਣੇ ਸਿੱਖਾਂ ਨੂੰ ਭੇਜਿਆ। ਜਦੋਂ ਕਾਰੀਗਰ ਪਿਛਾਂ ਹਟੇ, ਫਿਰ ਸਿੱਖਾਂ ਨੇ ਉਹ ਕਾਰਜ ਨੂੰ ਆਪ ਕੀਤਾ। ਇੰਜ ਵੀ ਇਤਿਹਾਸ ਵਿੱਚ ਜ਼ਿਕਰ ਆਉਂਦਾ ਹੈ ਕਿ ਸਾਰੇ ਦੇਵਤੇ ਵੀ ਆਪ ਚੱਲ ਕੇ ਹਰੀ ਦੇ ਹੁਕਮ ਦੇ ਵਿੱਚ ਇੱਥੇ ਆ ਗਏ। ਤੇ ਜਦੋਂ ਇਹ ਫਿਰ ਕੜ ਟੁੱਟਾ ਤੇ ਫਿਰ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਪਾਵਨ ਸ਼ਬਦ ਉਚਾਰਿਆ, ਸੰਤਾਂ ਕੇ ਕਾਰਜ ਆਪ ਖਲੋਇਆ, ਹਰ ਕੰਮ ਕਰਾਵਣ ਆਇਆ ਰਾ। ਉਹ ਹਰੀ ਪਰਮਾਤਮਾ ਵਾਹਿਗੁਰੂ ਆਪ ਆਪਣੇ ਕਾਰਜਾਂ ਵਿੱਚ ਸਹਾਈ ਹੋਇਆ। ਉਹਨੇ ਆਪ ਆ ਕੇ ਸਾਰਾ ਕਾਰਜ ਕੀਤਾ ਹੈ। ਇਹ ਧਰਤ ਸੁਹਾਵੀ, ਇਹ ਧਰਤੀ ਅੰਮ੍ਰਿਤਸਰ ਦੀ, ਜਿੱਥੇ ਗੁਰੂ ਨਾਨਕ ਸਾਹਿਬ ਜੀ ਦੇ ਮੁਬਾਰਕ ਚਰਨ ਪਏ। ਸੰਗਤ ਜੀ, ਇੱਥੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਰਸਨਾ ਤੋਂ ਬਚਨ ਕੀਤੇ ਸਨ, ਭੋਗ ਤੇ ਮੁਖ ਦਾ ਪ੍ਰਵਾਹ ਚੱਲੇਗਾ। ਗੁਰੂ ਅੰਗਦ ਦੇਵ ਸਾਹਿਬ ਦਾ ਵੀ ਜ਼ਿਕਰ ਆਉਂਦਾ ਹੈ ਕਿ ਰਿਸ ਦਾ ਜਿਹੜਾ ਅੰਗੂਠਾ ਸੀ, ਸੋ ਇੱਥੇ ਗੁਰੂ ਅੰਗਦ ਦੇਵ ਸਾਹਿਬ ਜੀ ਦਾ ਉਹ ਠੀਕ ਹੋਇਆ। ਮਹਾਰਾਜ ਇੱਥੇ ਗੁਰੂ ਨਾਨਕ ਸਾਹਿਬ ਜੀ ਨੂੰ ਮਿਲਦੇ ਵੀ ਰਹੇ। ਅੱਜ ਇੱਥੇ ਦੁੱਖ ਭੰਜਨੀ ਵਾਰੀ ਬੇਰ ਵਾਲਾ ਸਥਾਨ ਹੈ। ਗੁਰੂ ਅਮਰਦਾਸ ਜੀ ਦੇ ਬਚਨਾਂ ਦੇ ਸਦਕਾ ਗੁਰੂ ਰਾਮਦਾਸ ਜੀ ਨੇ ਨਗਰੀ ਦੀ ਮੋਹਰੀ ਗੱਡੀ ਬਾਬਾ ਬੁੱਢਾ ਸਾਹਿਬ ਤੋਂ ਅਰਦਾਸ ਕਰਾ ਕੇ ਸਰੋਵਰ ਦਾ ਹੱਥੀਂ ਟੱਕ ਲਾਇਆ।
ਗੁਰੂ ਅਰਜਨ ਦੇਵ ਸਾਹਿਬ ਜੀ ਨੇ ਹੁਕਮ ਮੰਨ ਕੇ ਇਹ ਸਰੋਵਰ ਦੀ ਸੇਵਾ ਕਰਾਈ ਤੇ ਹਰਿਮੰਦਰ ਸਾਹਿਬ ਦੀ ਇਮਾਰਤ ਤਿਆਰ ਕੀਤੀ ਹੈ। ਗੁਰੂ ਹਰਗੋਬਿੰਦ ਸਾਹਿਬ ਜੀ ਦਾ ਸਾਹਮਣੇ ਤਖਤ ਸ਼ੋਭਾ ਪਾ ਰਿਹਾ ਹੈ। ਨਾਵੇਂ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਅੰਦਰ ਥੜਾ ਸਾਹਿਬ ਹੈ। ਇਸ ਲਈ ਇਹ ਧਰਤ ਸੁਹਾਵੀ, ਜਿੱਥੇ ਪੂਰੇ ਗੁਰੂ ਦੇ ਚਰਨ ਪੈਣ, ਉਹ ਧਰਤੀ ਸ਼ੋਭਾ ਵਾਲੀ, ਭਾਗਾਂ ਵਾਲੀ ਹੈ। ਇਸ ਲਈ ਇਹ ਧਰਤੀ ਬਹੁਤ ਸ਼ੋਭਨੀਕ ਹੈ। ਇਸ ਦੇ ਸਮਾਨ, ਇਸ ਦੇ ਤੁਲ ਦੁਨੀਆ ਦੇ ਵਿੱਚ ਕੋਈ ਵੀ ਧਰਤੀ ਨਹੀਂ, ਕੋਈ ਵੀ ਥਾਂ ਨਹੀਂ ਹੈ। ਵਿੱਚ ਅੰਮ੍ਰਿਤ ਜਲ ਛਾਇਆ ਰਾਮ। ਤਾਲ ਸੁਹਾਵਾ, ਤਾਲ ਨਾਮ ਹੈ ਸਰੋਵਰ ਦਾ। ਇਹ ਤਾਲ ਵੀ ਬੜਾ ਸ਼ੋਭਨੀਕ ਹੈ, ਜਿਹਦਾ ਟੱਕ ਗੁਰੂ ਰਾਮਦਾਸ ਜੀ ਨੇ ਹੱਥੀਂ ਲਾਇਆ। ਫਿਰ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਇਹਨੂੰ ਪੱਕਾ ਕੀਤਾ, ਮੁਕੰਮਲ ਕਰਾਇਆ। ਇੰਨਾ ਸ਼ੋਭਨੀਕ ਇਹ ਤਾਲ ਵਿੱਚ ਸਿੱਖ ਇਸ਼ਨਾਨ ਕਰਕੇ ਆਪਣੇ ਆਪ ਨੂੰ ਬਹੁਤ ਭਾਗਾਂ ਵਾਲੇ ਜਾਣਦੇ। ਇਸੇ ਕਰਕੇ ਸਿੱਖਾਂ ਨੇ ਅਗਾਊਂ ਅਰਦਾਸ ਵਿੱਚ ਇਹ ਬਚਨ ਸ਼ਾਮਲ ਕੀਤੇ ਨੇ, ਜਿੱਥੇ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਉੱਥੇ ਸਿੱਖ ਦੀ ਹਰ ਰੋਜ਼ ਮੰਗ ਹੁੰਦੀ ਹੈ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ। ਇਸ ਲਈ ਕਿਤੇ ਵੀ ਸਿੱਖ ਖਲੋਤਾ ਹੋਵੇ, ਉਹ ਦਰਸ਼ਨ ਇਸ਼ਨਾਨ ਦੀ ਮੰਗ ਕਰਦਾ ਹੈ। ਇਹ ਸਰੋਵਰ ਦੇ ਉੱਤੇ ਬੜੀਆਂ ਪਾਬੰਦੀਆਂ ਲਾਈਆਂ ਗਈਆਂ ਜੀ। ਇੱਥੇ ਤਾਂ ਵੱਡੇ ਵੱਡੇ ਜਿਹੜੇ ਬਾਹਰੋਂ ਮਲਾਵਰ ਹੋ ਕੇ ਆਏ ਨਾਦਰ ਵਰਗੇ, ਉਹ ਵੀ ਜ਼ਕਰੀਏ ਤੋਂ ਪੁੱਛਦੇ ਸਨ ਕਿ ਤੂੰ ਤਾਂ ਇਹਨਾਂ ਦਾ ਭੇਤੀ ਹੈ, ਇਹ ਕੌਣ ਨੇ, ਇਹਨਾਂ ਨੂੰ ਤਾਕਤ ਮਿਲਦੀ ਕਿੱਥੋਂ ਹੈ? ਤੇ ਫਿਰ ਉਹ ਕਹਿੰਦਾ ਸੀ ਕਿ ਇਹਨਾਂ ਦੇ ਗੁਰੂ ਨੇ ਇੱਕ ਐਸਾ ਤਾਲ ਬਣਾਇਆ ਹੈ ਜਿੱਥੇ ਮੁਰਦੇ ਵੀ ਜਾ ਕਰਕੇ ਇਸ਼ਨਾਨ ਕਰਨ, ਉਹ ਜਲ ਲੈ ਲੈਣ ਤੇ ਜੀਵਤ ਹੋ ਜਾਂਦੇ ਨੇ। ਗਿੱਦੜਾਂ ਵਰਗੇ ਜਾ ਕੇ ਸ਼ੇਰਾਂ ਵਾਲੇ ਵਰਗੇ ਹਿਰਦੇ ਪ੍ਰਾਪਤ ਕਰ ਲੈਂਦੇ ਨੇ। ਮੁਰਸ਼ਿਦ ਇਨ ਕਾ ਬਲੀ ਪਇਓ ਹੈ, ਇਨ ਕੋ ਆਬੇ ਹਯਾਤ ਦਿਓ ਹੈ। ਤਾਈਓ ਤਾਂ ਫਿਰ ਨਾਦਰ ਨੇ ਕਿਹਾ ਸੀ ਕਿ ਇਹਨਾਂ ਦਾ ਉਹ ਆਬੇ ਹਯਾਤ, ਆਬੇ ਹਯਾਤ ਜਿੱਥੇ ਅੰਮ੍ਰਿਤ ਦਾ ਕੁੰਡ ਹੈ, ਅੰਮ੍ਰਿਤ ਸਰੋਵਰ, ਉਹਨੂੰ ਪੂਰ ਦਿੱਤਾ ਜਾਵੇ। ਅਨੇਕਾਂ ਹਕੂਮਤਾਂ ਹੋ ਗੁਜ਼ਰੀਆਂ, ਇਸ ਸਰੋਵਰ ਨੂੰ ਪੂਰਨ ਦਾ ਜ਼ੋਰ ਲਾਉਂਦੀਆਂ ਰਹੀਆਂ, ਪਰ ਉਹ ਅੰਮ੍ਰਿਤ ਸਰੋਵਰ ਅੱਜ ਵੀ ਉਸੇ ਤਰ੍ਹਾਂ ਸ਼ੋਭਾ ਪਾ ਰਿਹਾ ਹੈ, ਕਿਉਂਕਿ ਇਹ ਕਿਸੇ ਬੰਦੇ ਦਾ ਕੀਤਾ ਹੋਇਆ ਕੰਮ ਨਹੀਂ ਸੀ। ਉਹ ਕਰਤੇ ਅਕਾਲ ਪੁਰਖ ਹਰੀ ਪ੍ਰਮਾਤਮਾ ਨੇ ਆਪ ਕੀਤਾ ਹੈ। ਸੰਤਾਂ ਕੇ ਕਾਰਜ ਆਪ ਖਲੋਇਆ, ਅਰ ਕੰਮ ਕਰਾਵਣ ਆਇਆ ਰਾਮ। ਧਰਤ ਸੁਹਾਵੀ, ਇਹ ਧਰਤੀ ਸ਼ੋਭਨੀਕ ਹੈ ਤੇ ਤਾਲ ਬੜਾ ਸ਼ੋਭਾ ਪਾ ਰਿਹਾ ਹੈ। ਵਿੱਚ ਅੰਮ੍ਰਿਤ ਜਲ ਛਾਇਆ ਰਾਮ। ਫਿਰ ਇਸ ਤਾਲ ਸਰੋਵਰ ਦੇ ਅੰਦਰ ਅੰਮ੍ਰਿਤਮਈ ਜਲ ਸ਼ੋਭਾ ਪਾ ਰਿਹਾ ਹੈ। ਅੰਮ੍ਰਿਤਮਈ ਜਲ ਛਾਇਆ ਹੈ। ਅੰਮ੍ਰਿਤ ਜਲ ਛਾਇਆ ਪੂਰਨ ਸਾਜ ਕਰਾਇਆ। ਇਸ ਦੇ ਅੰਦਰ ਅੰਮ੍ਰਿਤਮਈ ਜਲ ਸ਼ੋਭਾ ਪਾ ਰਿਹਾ ਹੈ। ਇਸ ਅੰਮ੍ਰਿਤ ਨੂੰ ਲੈਣ ਵਾਸਤੇ ਤਾਂ ਗੁਰੂ ਕੇ ਸਿੱਖ ਜਦੋਂ ਇੱਥੇ ਪਹਿਰੇ ਲੱਗੇ ਹੁੰਦੇ ਸੀ ਨਾ, ਤੇ ਇਤਿਹਾਸ ਵਿੱਚ ਜ਼ਿਕਰ ਆਉਂਦਾ ਹੈ, ਜਿਨ੍ਹਾਂ ਨੇ ਮੱਸੇ ਰੰਗੜ ਦਾ ਸਿਰ ਲਾਇਆ, ਭਾਈ ਸੁੱਖਾ ਸਿੰਘ ਮਾੜੀ ਕੰਬੋਕੀ, ਉਹ ਕਹਿੰਦੇ ਜਦੋਂ ਹਕੂਮਤ ਨੇ ਇੱਥੇ ਪਹਿਰਾ ਲਾ ਦਿੱਤਾ ਸੀ ਕਿ ਕੋਈ ਵੀ ਸਿੱਖ ਜਿਹੜਾ ਸੀ ਉਹ ਇੱਥੇ ਆ ਕੇ ਇਸ਼ਨਾਨ ਨਾ ਕਰ ਸਕੇ, ਤੇ ਉਦੋਂ ਪਿਆਰ ਵਾਲੇ ਗੁਰੂ ਕੇ ਸਿੱਖ ਇਹਨਾਂ ਉਹਨਾਂ ਦਾ ਹਿਰਦਾ ਜਿਹੜਾ ਸੀ ਉਹ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਲਈ ਵਿਆਕੁਲ ਹੋਇਆ ਕਿ ਘੋੜਿਆਂ ਤੇ ਚੜ੍ਹੇ ਚੜਾਏ ਭਾਈ ਸੁੱਖਾ ਸਿੰਘ ਮਾੜੀ ਕੰਬੋਕੇ ਇਸ ਪਾਵਨ ਸਰੋਵਰ ਵਿੱਚੋਂ ਇਸ਼ਨਾਨ ਕਰਕੇ ਜਾਂਦਿਆਂ ਲਲਕਾਰ ਕੇ ਕਹਿੰਦੇ ਸਨ ਕਿ ਆ ਚੱਲੇ ਗੁਰੂ ਕਲਗੀਧਰ ਸਾਹਿਬ ਦੇ ਖਾਲਸੇ, ਜੇ ਤੁਹਾਡੇ ਵਿੱਚ ਹਿੰਮਤ ਹੈ ਤੇ ਰੋਕ ਲਓ। ਸੋ ਇੱਥੇ ਤਾਂ ਲੱਗੇ ਪਹਿਰਿਆਂ ਵਿੱਚ ਵੀ ਇਸ਼ਨਾਨ ਕਰਕੇ ਸਿੰਘ ਜਾਂਦੇ ਰਹੇ। ਸੋ ਇਸ ਲਈ ਗੁਰੂ ਸਾਹਿਬ ਨੇ ਬਚਨ ਕੀਤਾ, ਅੰਮ੍ਰਿਤ ਜਲ ਛਾਇਆ ਪੂਰਨ ਸਾਜ ਕਰਾਇਆ। ਇਹ ਪੂਰਨ, ਇੱਥੇ ਸਾਰੇ ਕਾਰਜ ਜਿਹੜੇ ਉਹ ਪੂਰੇ ਹੁੰਦੇ ਨੇ। ਇਸ ਤਾਲ ਦੇ ਵਿੱਚ ਸਰੋਵਰ ਵਿੱਚ ਅੰਮ੍ਰਿਤਮਈ ਜਲ ਭਰਿਆ ਹੈ। ਸਗਲ ਮਨੋਰਥ ਪੂਰੇ। ਜਿੱਥੇ ਇਸ਼ਨਾਨ ਕੀਤਿਆਂ, ਦਰਸ਼ਨ ਕੀਤਿਆਂ ਸਾਰੇ ਮਨੋਰਥ ਜਿਹੜੇ ਜੀਵ ਦੇ ਪੂਰੇ ਹੁੰਦੇ ਹਨ। ਜੈ ਜੈਕਾਰ ਭਇਆ ਜਗ ਅੰਤਰ। ਜਗ ਦੇ ਅੰਦਰ, ਸੰਸਾਰ ਦੇ ਅੰਦਰ ਉਹਨਾਂ ਦੀ ਜੈ ਜੈਕਾਰ ਹੋਈ ਹੈ। ਲਾਥੇ ਸਗਲ ਵਿਸੂਰੇ। ਅਤੇ ਸਾਰੇ ਜਿਹੜੇ ਦੁੱਖ ਸਨ ਉਹ ਉਤਰ ਗਏ, ਦੂਰ ਹੋਏ ਹਨ। ਪੂਰਨ ਪੁਰਖ ਅਚੁੱਤ ਅਬਿਨਾਸੀ। ਉਹ ਅਕਾਲ ਪੁਰਖ ਪਰਮਾਤਮਾ ਆਪ ਪੂਰਨ ਪੁਰਖ ਹੈ, ਅਹਿਲ ਹੈ, ਨਾਸ਼ ਤੋਂ ਰਹਿਤ ਹੈ। ਜਸ ਵੇਦ ਪੁਰਾਣੀ ਗਾਇਆ। ਜਿਸ ਪਰਮਾਤਮਾ ਵਾਹਿਗੁਰੂ ਦੇ ਜਸ ਨੂੰ ਵੇਦਾਂ ਅਤੇ ਪੁਰਾਣਾਂ ਨੇ ਵੀ ਗਾਇਆ ਹੈ। ਆਪਣਾ ਬਿਰਦ ਰਖਿਆ ਪਰਮੇਸ਼ਰ। ਆਪਣੇ ਧਰਮ ਨੂੰ ਆਪ ਪਰਮੇਸ਼ਰ ਵਾਹਿਗੁਰੂ ਨੇ ਰੱਖਿਆ ਹੈ। ਨਾਨਕ ਨਾਮ ਧਿਆਇਆ। ਅਤੇ ਅਸੀਂ ਦਾਸਾਂ ਨੇ ਉਹ ਪਰਮਾਤਮਾ ਵਾਹਿਗੁਰੂ ਦੇ ਨਾਮ ਨੂੰ ਹੀ ਧਿਆਇਆ ਹੈ, ਕਿਉਂਕਿ ਨਾਮ ਦੀਆਂ ਹੀ ਸਾਰੀਆਂ ਬਰਕਤਾਂ ਨੇ। ਇਸ ਅਸਥਾਨ ਦੇ ਅੰਦਰ 8 ਪੈਰ ਨਾਮ ਦਾ ਪ੍ਰਵਾਹ ਚੱਲਦਾ ਹੈ, ਤੇ ਫਿਰ ਉਹ ਅੰਮ੍ਰਿਤਮਈ ਸਰੋਵਰ ਜਿਹੜਾ ਜਲ ਹੈ ਉਹਦੇ ਅੰਦਰ ਵੀ ਜਿਹੜਾ ਨਾਮ ਦਾ ਅਸਰ ਹੋਣ ਕਰਕੇ ਉਹ ਸਾਰੇ ਪਾਪਾਂ ਦੀ ਨਿਵਰਤੀ ਕਰਦਾ ਹੈ। ਇਹ ਗੁਰੂ ਅਰਜਨ ਦੇਵ ਸਾਹਿਬ ਜੀ ਦਾ ਉਚਾਰਨ ਕੀਤਾ ਪਾਵਨ ਸ਼ਬਦ ਸੋਹੀ ਰਾਗ ਦੇ ਅੰਦਰ ਬਾਬਾ ਬੁੱਢਾ ਸਾਹਿਬ ਜੀ ਨੇ ਪਹਿਲਾ ਮੁੱਖ ਵਾਕ ਭਾਦੋ ਸੁਦੀ ਏਕਮ ਸੰਮਤ 1661 ਨੂੰ
ਇਹ ਪਹਿਲਾ ਮੁੱਖ ਵਾਕ ਜਿਹੜਾ ਸੀ ਉਹ ਸਾਰਿਆਂ ਨੂੰ ਸਰਵਣ ਕਰਵਾਇਆ ਹੈ। ਚੌਪਈ ਸੁਨ ਸਭ ਹੂੰ ਤਬ ਸੀਸ ਨਿਵਾਇਓ। ਸਾਰਿਆਂ ਨੇ ਇਹ ਮੁੱਖ ਵਾਕ ਸੁਣ ਕਰਕੇ ਤੇ ਜਦੋਂ ਮੁੱਖ ਵਾਕ ਦੀ ਸੰਪੰਨਤਾ ਸੰਪੂਰਨਤਾ ਹੋਈ ਹੈ ਤੇ ਜਿਸ ਤਰ੍ਹਾਂ ਅੱਜ ਸੰਗਤਾਂ ਬੜੇ ਅਦਬ ਦੇ ਨਾਲ ਜਦੋਂ ਸ਼ਬਦ ਪੂਰਾ ਹੁੰਦਾ ਹੈ ਸੰਪੂਰਨ ਹੁੰਦਾ ਹੈ ਤੇ ਬੜੇ ਪ੍ਰੇਮ ਨਾਲ ਸੀਸ ਝੁਕਾਉਂਦੀਆਂ ਨੇ, ਇਸੇ ਤਰ੍ਹਾਂ ਸਾਰੀ ਸੰਗਤ ਨੇ ਅਦਬ ਦੇ ਨਾਲ ਆਪਣਾ ਸਿਰ ਨਵਾਇਆ ਹੈ। ਦੀਨ ਬੰਦ ਪ੍ਰਭ 3 ਲੱਖ ਪਾਇਓ। ਦੀਨਾਂ ਦੇ ਬੰਧੂ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਸਾਰਿਆਂ ਨੇ ਨਮਸਕਾਰਾਂ ਕੀਤੀਆਂ ਹਨ। ਸ੍ਰੀ ਗੁਰ ਘਰ ਤੇ ਚਮਰ ਫਿਰੰਤਾ। ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਚੌਰ ਆਪਣੇ ਹੱਥ ਵਿੱਚ ਲਿਆ। ਸਤਿਗੁਰੂ ਜੀ ਗੁਰੂ ਅਰਜਨ ਦੇਵ ਸਾਹਿਬ ਨੇ ਅੱਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰ ਸੰਗਤ ਜੀ ਆਪ ਜੀ ਦੇਖਦੇ ਹੋ ਜਾਂ ਚੌਰ ਸਿੰਘ ਸਾਹਿਬ ਜੀ ਦੇ ਹਸਤ ਕਮਲਾਂ ਦੇ ਵਿੱਚ ਹੁੰਦਾ ਹੈ ਤੇ ਜਾਂ ਇਹ ਚੌਰ ਦੀ ਸੇਵਾ ਗੁਰੂ ਰਾਮਦਾਸ ਮਹਾਰਾਜ ਜੀ ਦੇ ਅਸਥਾਨ ਦੇ ਅੰਦਰ ਇਹ ਚੌਰ ਬਰਦਾਰ ਜਿਹੜੇ ਸਿੰਘ ਨੇ ਉਹ ਕਰਦੇ ਭਾਗਾਂ ਵਾਲੇ ਨੇ, ਕਿਉਂਕਿ ਪਹਿਲਾ ਚੌਰ ਜਿਹੜਾ ਉਹ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਹਰਿਮੰਦਰ ਸਾਹਿਬ ਦੇ ਅੰਦਰ ਆਪ ਹੱਥੀਂ ਕੀਤਾ ਹੈ। ਇਸ ਲਈ ਉਹਨਾਂ ਨੂੰ ਵੀ ਨਮਸਕਾਰ ਹੈ ਜਿਨ੍ਹਾਂ ਨੂੰ ਗੁਰੂ ਰਾਮਦਾਸ ਜੀ ਨੇ ਅੱਜ ਅੰਦਰ ਬਿਠਾਇਆ ਤੇ ਚੌਰ ਦੀ ਸੇਵਾ ਬਖਸ਼ੀ ਹੈ। ਇਸ ਲਈ ਫਿਰ ਗੁਰੂ ਅਰਜਨ ਦੇਵ ਸਾਹਿਬ ਨੇ ਚੌਰ ਆਪਣੇ ਹੱਥੀਂ ਕੀਤਾ ਹੈ। ਬੁੱਢਾ ਜਪ ਜੀ ਪਾਠ ਕਰੰਤਾ। ਤੇ ਬਾਬਾ ਬੁੱਢਾ ਸਾਹਿਬ ਜੀ ਜਪਜੀ ਸਾਹਿਬ ਦਾ ਪਾਠ ਕਰ ਰਹੇ। ਹਰਿਮੰਦਰ ਸਾਹਿਬ ਅੰਦਰ ਜਦੋਂ ਪਹਿਲਾ ਪ੍ਰਕਾਸ਼ ਹੋਇਆ ਮੁੱਖ ਵਾਕ ਤੋਂ ਉਪਰੰਤ ਬਾਬਾ ਬੁੱਢਾ ਸਾਹਿਬ ਜੀ ਨੇ ਜਪਜੀ ਸਾਹਿਬ ਦਾ ਪਾਠ ਕਰਕੇ ਸੰਗਤਾਂ ਨੂੰ ਸਰਵਣ ਕਰਵਾਇਆ ਹੈ। ਸੰਗਤ ਧੰਨ ਧੰਨ ਸੁਨ ਕਹੈ। ਸਾਰੀ ਸੰਗਤ ਸੁਣ ਕੇ ਬਾਬਾ ਜੀ ਦੀ ਰਸਨਾ ਤੋਂ ਤੇ ਸੰਗਤ ਕਹਿੰਦੀ ਹੈ ਧੰਨ ਹੋ ਧੰਨ ਹੋ। ਧੰਨ ਗੁਰੂ ਅਰਜਨ ਦੇਵ ਸਾਹਿਬ, ਤੁਸੀਂ ਧੰਨ ਹੋ ਜਿਨ੍ਹਾਂ ਨੇ ਸਾਡੇ ਤੇ ਇੰਨਾ ਵੱਡਾ ਉਪਕਾਰ ਕੀਤਾ ਹੈ ਕਿ ਸ਼੍ਰੀ ਹਰਿਮੰਦਰ ਸਾਹਿਬ ਦੇ ਅੰਦਰ ਤੁਸੀਂ ਪਹਿਲਾ ਪ੍ਰਕਾਸ਼ ਕੀਤਾ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਬਚਨ ਸਾਨੂੰ ਸਰਵਣ ਕਰਨ ਨੂੰ ਅੱਜ ਮਿਲੇ ਹਨ। ਇਸ ਲਈ ਸਾਰੀ ਸੰਗਤ ਰਸਨਾ ਦੇ ਨਾਲ ਧੰਨ ਧੰਨ ਕਹਿੰਦੀ ਹੈ। ਅਦਕ ਆਨੰਦ ਪ੍ਰੇਮ ਤੇ ਲਹੈ। ਬੜੇ ਆਨੰਦ ਪ੍ਰੇਮ ਦੇ ਸਹਿਤ ਸੰਗਤਾਂ ਨੇ ਬਾਣੀ ਨੂੰ ਸਰਵਣ ਕੀਤਾ ਹੈ। ਜਪ ਜੀ ਭੋਗ ਪਾਏ ਜੈਕਾਰਾ। ਬਾਬਾ ਬੁੱਢਾ ਸਾਹਿਬ ਜੀ ਨੇ ਜਪਜੀ ਸਾਹਿਬ ਦੇ ਪਾਠ ਦਾ ਭੋਗ ਪਾਇਆ। ਜਿਨੀ ਨਾਮ ਤੇ ਆਇਆ ਗਏ ਮਸਕਤ ਘਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਜਪਜੀ ਸਾਹਿਬ ਦੇ ਪਾਠ ਦਾ ਭੋਗ ਪਿਆ। ਭੋਗ ਉਪਰੰਤ ਸਤਿ ਸ੍ਰੀ ਅਕਾਲ ਦਾ ਜੋ ਜਕਾਰਾ ਹੈ ਉਹ ਅੰਦਰ ਲਾਇਆ ਹੈ। ਸੀਸ ਨਿਵਾਵਤ ਸਭਨ ਉਚਾਰਾ। ਸਾਰੀਆਂ ਸੰਗਤਾਂ ਨੇ ਫਿਰ ਪਿੱਛੇ ਆਪਣਾ ਸਿਰ ਨਵਾਇਆ ਤੇ ਬਾਬਾ ਬੁੱਢਾ ਸਾਹਿਬ ਜੀ ਦੇ ਪਿੱਛੇ ਸਤਿ ਸ੍ਰੀ ਅਕਾਲ। ਅੱਜ ਵੀ ਸ਼੍ਰੀ ਹਰਿਮੰਦਰ ਸਾਹਿਬ ਦੇ ਅੰਦਰ ਜਿਹੜੇ ਰਾਗੀ ਸਿੰਘ ਨੇ ਉਹ ਕੀਰਤਨ ਦੀ ਸੰਪੰਨਤਾ ਕਰਦੇ ਨੇ। ਸੋ ਅਤੀ ਸਨਮਾਨਯੋਗ ਸ਼੍ਰੋਮਣੀ ਰਾਗੀ ਭਾਈ ਬਲਬੀਰ ਸਿੰਘ ਜੀ ਅਕਸਰ ਹੀ ਜਦੋਂ ਕੀਰਤਨ ਦੀ ਸੰਪੂਰਨਤਾ ਕਰਦੇ ਤੇ ਸਤਿ ਸ਼੍ਰੀ ਅਕਾਲ ਦਾ ਜਕਾਰਾ ਜਿਹੜਾ ਸੀ ਉਹ ਜ਼ਰੂਰ ਬੁਲਾਉਂਦੇ। ਇਸੇ ਤਰ੍ਹਾਂ ਸਾਰੀ ਸੰਗਤਾਂ ਨੇ ਸਤਿ ਸ਼੍ਰੀ ਅਕਾਲ ਦਾ ਜਕਾਰਾ ਪਿੱਛੇ ਬੁਲਾਇਆ ਹੈ। ਅਤ ਆਨੰਦ ਸ਼੍ਰੀ ਅਰਜਨ ਨਾਥ। ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਹਿਰਦੇ ਵਿੱਚ ਬੜੇ ਆਨੰਦਿਤ ਹਨ, ਕਿਉਂਕਿ ਗੁਰੂ ਸਾਹਿਬ ਜੀ ਨੇ ਬਹੁਤ ਵੱਡਾ ਇੱਕ ਕਾਰਜ ਸਾਡੇ ਭਲੇ ਲਈ, ਜਗਤ ਦੇ ਉਧਾਰ ਲਈ, ਸੰਸਾਰ ਨੂੰ ਇਹ ਸੰਸਾਰ ਸਾਗਰ ਤੋਂ ਪਾਰ ਲਾਉਣ ਲਈ ਕੀਤਾ ਹੈ। ਇਹ ਵੱਡਾ ਜਹਾਜ਼ ਬਣਾਇਆ। ਇਸ ਲਈ ਗੁਰੂ ਅਰਜਨ ਦੇਵ ਸਾਹਿਬ ਜਿਨ੍ਹਾਂ ਪ੍ਰਤੀ ਗੁਰੂ ਅਮਰਦਾਸ ਜੀ ਨੇ ਬਚਨ ਕੀਤੇ ਸੀ ਨਾ, ਦੋਹਿਤਾ ਬਾਣੀ ਕਾ ਬੋਹਿਥਾ, ਅੱਜ ਉਹ ਨਾਨਾ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਦੇ ਬਚਨਾਂ ਨੂੰ ਪੂਰਨ ਕਮਾ ਲਿਆ ਗੁਰੂ ਅਰਜਨ ਦੇਵ ਸਾਹਿਬ ਨੇ। ਇਸ ਲਈ ਕਿਉਂਕਿ ਜਿਹੜੀ ਡਿਊਟੀ ਕਿਸੇ ਦੇ ਜੁੰਮੇ ਲੱਗੀ ਹੋਵੇ ਨਾ ਉਹ ਪੂਰੀ ਕਰਕੇ ਫਿਰ ਬੜਾ ਪ੍ਰਸੰਨ ਹੁੰਦਾ ਹੈ ਕਿ ਮੇਰੇ ਵੱਡ ਵਡੇਰਿਆਂ ਨੇ ਮੇਰੀ ਇਹ ਡਿਊਟੀ ਲਾਈ ਸੀ, ਅੱਜ ਇਹ ਕਾਰਜ ਪੂਰਾ ਹੋਇਆ ਤੇ ਮੈਂ ਬੜਾ ਖੁਸ਼ ਹਾਂ, ਪ੍ਰਸੰਨ ਹਾਂ। ਤੇ ਧਰਮ ਦੀ ਦੁਨੀਆ ਵਿੱਚ ਜੇ ਕਿਤੇ ਸੇਵਾ ਮਿਲੀ ਹੋਵੇ ਤੇ ਫਿਰ ਉਹਦਾ ਆਨੰਦ ਤਾਂ ਵੱਖਰਾ ਹੀ ਹੁੰਦਾ ਹੈ ਨਾ। ਤੇ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਨੇ ਤਾਂ ਬਹੁਤ ਵੱਡਾ ਕਾਰਜ ਕੀਤਾ ਹੈ। ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਦੇ ਬਚਨਾਂ ਤੇ ਪਹਿਰਾ ਦਿੰਦਿਆਂ ਇਹ ਕਾਰਜ ਪੂਰਾ ਕੀਤਾ। ਇਸ ਲਈ ਗੁਰੂ ਅਰਜਨ ਦੇਵ ਸਾਹਿਬ ਜੀ ਦਾ ਹਿਰਦਾ ਬਹੁਤ ਆਨੰਦਿਤ ਹੈ। ਸਤਿਗੁਰੂ ਬੜੇ ਪ੍ਰਸੰਨ ਹੋਏ ਹਨ। ਭਏ ਕਰਤਾਰਥ ਮਾਨਸ ਨਾਥ। ਮਹਾਰਾਜ ਵਿਚਾਰਦੇ ਨੇ ਕਿ ਅੱਜ ਅਸੀਂ ਕਰਤਾਰਥ ਹੋਏ ਤੇ ਅੱਜ ਅਸੀਂ ਸਫਲੇ ਹੋ ਗਏ। ਜਦੋਂ ਕੋਈ ਧਰਮ ਦਾ ਕਾਰਜ ਕਰਦਾ ਹੈ, ਸੇਵਾ ਮਿਲਦੀ ਹੈ ਤੇ ਕਹਿੰਦੇ ਆ ਕਿ ਸਾਡੇ ਹੱਥ ਸਫਲੇ ਹੋ ਗਏ, ਸਾਡਾ ਜੀਵਨ ਸਫਲਾ ਹੋ ਗਿਆ। ਤੇ ਗੁਰੂ ਸਾਹਿਬ ਜੀ ਨੇ ਵਿਚਾਰਿਆ ਕਿ ਕਰਤਾਰਥ ਅਸੀਂ ਸਫਲੇ ਹੋਏ, ਸਨਾਤ ਸਾਡੇ ਹਸਤ ਕਮਲ, ਸਾਡਾ ਜੀਵਨ ਸਫਲਾ ਹੋ ਗਿਆ। ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਤਤੀ ਤਵੀ ਤੇ ਤਾਂ ਬਿਰਾਜਦੇ ਨੇ, ਬੈਠਦੇ ਨੇ ਆਸਣ ਲਾ ਕੇ ਅਡੋਲ, ਪਰ ਇਸ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਇੱਕ ਵੀ ਸ਼ਬਦ ਨੂੰ ਕਿਸੇ ਦੇ ਕਹਿਣ ਤੇ ਦਰਜ ਨਹੀਂ ਕਰਦੇ।
ਮਹਾਰਾਜ ਨੇ ਕਿਹਾ, ਕਿਉਂਕਿ ਗੁਰਦੇਵ ਦੇ ਪਾਵਨ ਬਚਨ ਪੜ੍ਹਦੇ ਆ, ਕੌਣ ਮੁਆਰੇ ਕੌਣ ਮੁਆ ਬ੍ਰਹਮ ਗਿਆਨੀ ਮਿਲ ਕਰੋ ਵਿਚਾਰੇ ਤੋ ਚਲਤ ਪਿਆ। ਇਹ ਤਾਂ ਬਚਨ ਗੁਰਦੇਵ ਨੇ ਸਾਨੂੰ ਕਹੇ ਨੇ, ਤੇ ਉਹਨਾਂ ਤੇ ਸਤਿਗੁਰਾਂ ਨੇ ਅਮਲੀ ਜਾਮਾ ਵੀ ਜਿਹੜਾ ਹੈ ਉਹਨਾਂ ਬਚਨਾਂ ਦੇ ਉੱਤੇ ਸਤਿਗੁਰਾਂ ਨੇ ਪਹਿਰਾ ਦਿੱਤਾ ਹੈ। ਇਸ ਲਈ ਸਰੀਰ ਤਾਂ ਗੁਰਦੇਵ ਕਹਿੰਦੇ ਨੇ ਦੇਹੀ ਤੋਂ ਆਵਨ ਜਾਨ ਹੈ, ਪਰ ਜਿਹੜਾ ਕਾਰਜ ਗੁਰੂ ਅਰਜਨ ਦੇਵ ਸਾਹਿਬ ਜੀ ਕਰਕੇ ਗਏ ਜਗਤ ਦੇ ਭਲੇ ਲਈ, ਸੰਸਾਰ ਨੂੰ ਤਾਰਨ ਵਾਸਤੇ, ਅੱਜ ਉਹ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਜਿਹੜਾ ਉਸੇ ਤਰ੍ਹਾਂ ਸ਼ੋਭਾ ਪਾ ਰਿਹਾ। ਇਸ ਲਈ ਹਿਰਦਾ ਬਹੁਤ ਆਨੰਦਿਤ ਹੈ। ਮਹਾਰਾਜ ਨੇ ਵਿਚਾਰਿਆ ਕਿ ਅਸੀਂ ਸਫਲੇ ਹੋਏ ਹਾਂ। ਅਦਕ ਪ੍ਰੇਮ ਤੇ ਗਦ ਗਦ ਹੋਏ। ਬੜੇ ਪ੍ਰੇਮ ਦੇ ਨਾਲ ਸਤਿਗੁਰਾਂ ਦਾ ਹਿਰਦਾ ਜਿਹੜਾ ਸੀ ਉਹ ਗਦ ਗਦ ਹੋ ਗਿਆ, ਬਾਣੀ ਗਦ ਗਦ ਹੋ ਗਈ। ਜਦੋਂ ਬੰਦਾ ਪ੍ਰਸੰਨ ਹੁੰਦਾ ਹੈ ਨਾ, ਤੇ ਕੋਈ ਵੀ ਗੱਲ ਰਸਨਾ ਤੋਂ ਕਵੇ ਤੇ ਕਈ ਵਾਰੀ ਪੂਰੀ ਨਹੀਂ ਬਾਹਰ ਨਿਕਲਦੀ, ਇੰਨੀ ਖੁਸ਼ੀ ਹੁੰਦੀ, ਉਹਨੂੰ ਕਹਿੰਦੇ ਗਦ ਗਦ ਹੋ ਜਾਣਾ। ਗੁਰੂ ਸਾਹਿਬ ਜੀ ਬਹੁਤ ਪ੍ਰਸੰਨ ਹੋਏ, ਖੁਸ਼ੀ ਵਿੱਚ ਗਦ ਗਦ ਹੋ ਗਏ। ਗੁਣ ਗਨ ਸ੍ਰੀ ਪਰਮੇਸ਼ਰ ਜੋਏ। ਕਿਉਂਕਿ ਇਹ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਹੈ, ਜਿਸ ਦੇ ਅੰਦਰ ਅਕਾਲ ਪੁਰਖ ਪਰਮੇਸ਼ਰ ਵਾਹਿਗੁਰੂ ਜੀ ਦੇ ਗੁਣ ਗਾਇਨ ਕੀਤੇ ਹੋਏ। ਕਿਸੇ ਮਨੁੱਖ ਦੀ ਵਡਿਆਈ ਨਹੀਂ, ਕਿਸੇ ਬੰਦੇ ਦੀ ਗੱਲ ਨਹੀਂ ਕੀਤੀ, ਕਿਸੇ ਰਾਜੇ ਦੀ ਗੱਲ ਨਹੀਂ, ਉਹਦੀ ਵਡਿਆਈ ਨਹੀਂ। ਇਹਦੇ ਵਿੱਚ ਨਿਰੋਲ ਅਕਾਲ ਪੁਰਖ ਪਰਮੇਸ਼ਰ ਪਰਮਾਤਮਾ ਵਾਹਿਗੁਰੂ ਦੀ ਉਸਤਤ ਹੈ। ਇਸ ਲਈ ਸਤਿਗੁਰੂ ਬਹੁਤ ਪ੍ਰਸੰਨ ਹਨ। ਹਰ ਮੰਦਰ ਤੇ ਨਿਕਸ ਅਗਾਰੀ। ਸ੍ਰੀ ਹਰਿਮੰਦਰ ਸਾਹਿਬ ਤੋਂ ਸਤਿਗੁਰੂ ਬਾਹਰ ਆਏ ਹਨ। ਹਰ ਕੀਰਤ ਬਹੁ ਭਾਂਤ ਉਚਾਰੀ। ਬੜੇ ਪ੍ਰਸੰਨ ਸਤਿਗੁਰੂ ਆਨੰਦਿਤ ਹਨ, ਗਦ ਗਦ ਹੋਏ ਨੇ। ਤੇ ਹਰੀ ਦੀ ਕੀਰਤੀ ਸਤਿਗੁਰਾਂ ਨੇ ਰਸਨਾ ਤੋਂ ਆਪ ਕੀਤੀ ਹੈ। ਸਹਿਜਾ ਸ਼ੇਸ਼ ਬੈਕੁੰਠ ਮਹਾਨਾ। ਗੁਰਦੇਵ ਕਹਿੰਦੇ ਹਨ ਕਿ ਅੱਜ ਬੈਕੁੰਠ ਵਿੱਚੋਂ ਜਿਹੜਾ ਸ਼ੇਸ਼ ਨਾਗ ਹੈ ਉਹ ਵੀ ਆਪਣਾ ਆਸਣ ਛੱਡ ਕੇ ਇੱਥੇ ਆ ਗਿਆ ਹੈ। ਬ੍ਰਹਮ ਲੋਕ ਸ਼ਿਵ ਲੋਕ ਸਥਾਨਾ। ਜਿਹੜਾ ਬ੍ਰਹਮ ਲੋਕ ਵਿੱਚੋਂ ਬ੍ਰਹਮਾ ਉੱਠਿਆ, ਸ਼ਿਵ ਲੋਕ ਵਿੱਚੋਂ ਸ਼ਿਵ ਜੀ ਵੀ ਉੱਠ ਪਿਆ ਹੈ। ਸਵੇਤ ਦੀਪ ਤਜ ਲੋਕਾ ਲੋਕ। ਅਤੇ ਜਿਹੜੇ ਦੀਪ ਹਨ ਜਾਂ ਲੋਕਾ ਦੀਪ ਹੈ ਉਹਨਾਂ ਵਿੱਚੋਂ ਵੀ ਪੁਰੀ ਅਯੁੱਧਿਆ ਆਦ ਅਸ਼ੋਕ। ਅਯੁੱਧਿਆਪੁਰੀ ਦੇ ਵਿੱਚੋਂ ਸ਼੍ਰੀ ਰਾਮ ਜੀ ਉੱਠ ਕੇ ਪੁਨ ਦਵਾਰਕਾ ਆਦਿਕ ਥਾਨ। ਦਵਾਰਕਾ ਨੂੰ ਛੱਡ ਕੇ ਸ਼੍ਰੀ ਕ੍ਰਿਸ਼ਨ ਜੀ ਵੀ ਸਭ ਕੋ ਤਜ ਕਰ ਸ਼੍ਰੀ ਭਗਵਾਨ। ਸਾਰੀਆਂ ਸੇਜਾਂ ਨੂੰ ਛੱਡ ਕੇ, ਸਾਰਿਆਂ ਅਸਥਾਨਾਂ ਨੂੰ ਛੱਡ ਕੇ ਭਗਵਾਨ ਅਕਾਲ ਪੁਰਖ ਆਪ ਸ਼੍ਰੀ ਗੁਰੂ ਰਾਮਦਾਸ ਦਰਬਾਰ। ਗੁਰੂ ਰਾਮਦਾਸ ਜੀ ਦੇ ਦਰਬਾਰ ਦੇ ਵਿੱਚ ਆਨ ਬਸੇ ਇਸ ਥਾਨ ਉਦਾਰਾ। ਇਸ ਥਾਂ ਦੇ ਉੱਤੇ ਆ ਕੇ ਬਸੇ ਹਨ। ਇਹ ਬਚਨ ਗੁਰਦੇਵ ਨੇ ਆਪ ਰਸਨਾ ਤੋਂ ਕੀਤੇ ਨੇ। ਭਾਵੇਂ ਮੰਨਿਆ ਕਿ ਦੇਵਤਿਆਂ ਦੀਆਂ ਬਹੁਤ ਪੁਰੀਆਂ ਹਨ, ਅਵਤਾਰਾਂ ਦੇ ਆਪੋ ਆਪਣੇ ਇਲਾਕੇ ਬਹੁਤ ਮੰਨੇ ਪਰਮੰਨੇ ਹਨ, ਪਰ ਸਤਿਗੁਰੂ ਗੁਰੂ ਰਾਮਦਾਸ ਅੱਜ ਗੁਰੂ ਅਰਜਨ ਦੇਵ ਸਾਹਿਬ ਇੰਨੇ ਪ੍ਰਸੰਨ ਹੋਏ। ਮਹਾਰਾਜ ਕਹਿੰਦੇ ਸਿੱਖੋ, ਅੱਜ ਸਾਰੇ ਥਾਂ ਛੱਡ ਕੇ ਪਰਮਾਤਮਾ ਅਕਾਲ ਪੁਰਖ ਆਪ ਸ਼੍ਰੀ ਗੁਰੂ ਰਾਮਦਾਸ ਜੀ ਦੇ ਦਰਬਾਰ ਦੇ ਅੰਦਰ ਇਸ ਅਸਥਾਨ ਦੇ ਉੱਤੇ ਆ ਕੇ ਅਕਾਲ ਪੁਰਖ ਆਪ ਬਿਰਾਜਿਆ ਹੈ। ਕਲੀ ਕਾਲ ਮੈਂ ਇਸੀ ਸਮਾਨ। ਕਲਯੁਗ ਦੇ ਸਮੇਂ ਅੰਦਰ ਇਸ ਅਸਥਾਨ ਦੇ ਬਰਾਬਰ ਨਾਹਿ ਤਾਂ ਆਨ ਸਥਾਨ ਮਹਾਨ। ਕੋਈ ਹੋਰ ਅਸਥਾਨ ਇੰਨਾ ਮਹਾਨ ਨਹੀਂ ਹੋਵੇਗਾ। ਭਾਵੇਂ ਸਾਰਿਆਂ ਦੀ ਆਪੋ ਆਪਣੀ ਮਹਾਨਤਾ ਹੈ, ਉਹ ਆਪਣੀ ਜਗ੍ਹਾ ਹੈ, ਕਿਸੇ ਦਾ ਨਰਾਦਰ ਨਹੀਂ, ਪਰ ਕਲੀ ਕਾਲ ਮੈਂ ਆਨ ਸਮਾਨ। ਕਲਯੁਗ ਦੇ ਸਮੇਂ ਅੰਦਰ ਇਸ ਹਰਿਮੰਦਰ ਸਾਹਿਬ ਦੇ ਬਰਾਬਰ ਹੋਰ ਕੋਈ ਦੂਜਾ ਥਾਂ ਨਹੀਂ ਹੈ। ਤੀਨ ਲੋਕ ਪਤ ਜਹਾਂ ਬਿਰਾਜੇ। ਤਿੰਨਾਂ ਲੋਕਾਂ ਦੇ ਪਤ ਪਰਮਾਤਮਾ ਪਰਮੇਸ਼ਰ ਜਿੱਥੇ ਆਪ ਆਣ ਆ ਬਿਰਾਜੇ ਹਨ। ਭਗਵਤੀ ਸੁਰਪੁਰ ਪਿਖਲਾਜੇ। ਅਤੇ ਜਿਹੜੀ ਸੁਰਪੁਰੀ ਦੇਵਤਿਆਂ ਦੀ ਨਗਰੀ ਹੈ ਨਾ, ਜਿਹਨੂੰ ਸਵਰਗ ਮੰਨਿਆ ਹੈ, ਉਹ ਨਗਰੀ ਵੀ ਅੱਜ ਬੜੀ ਲੱਜਤ ਹੋਈ ਹੈ। ਸਾਰੀਆਂ ਨਗਰੀਆਂ ਲੱਜਤ ਇਸ ਕਰਕੇ ਹੋ ਰਹੀਆਂ ਨੇ ਕਿ ਹਰੀ ਪਰਮਾਤਮਾ ਸਾਰੀਆਂ ਥਾਵਾਂ ਤੋਂ ਆਪਣਾ ਨਿਵਾਸ ਲੈ ਕੇ ਇੱਥੇ ਹਰਿਮੰਦਰ ਸਾਹਿਬ ਆਣ ਬਿਰਾਜੇ ਹਨ। ਸਭ ਸਥਾਨ ਕੀ ਸ਼੍ਰੀ ਚੱਲ ਆਈ। ਸਾਰੇ ਸਥਾਨਾਂ ਤੋਂ ਚੱਲ ਕੇ ਲక్ష్ਮੀ ਵੀ ਇੱਥੇ ਆ ਗਈ ਹੈ। ਆਨ ਵਸੀ ਸ਼੍ਰੀ ਗੁਰਬ ਸ਼ਰਨਾਈ। ਗੁਰੂ ਰਾਮਦਾਸ ਜੀ ਦੀ ਸ਼ਰਨ ਦੇ ਵਿੱਚ ਆ ਵਸੀ ਹੈ। ਧੰਨ ਧੰਨ ਸ਼੍ਰੀ ਗੁਰ ਦਰਬਾਰ। ਜੇ ਪਰਮਾਤਮਾ ਚੱਲ ਕੇ ਆਪ ਇੱਥੇ ਆ ਗਏ ਤੇ ਫਿਰ ਕਹਿੰਦੇ ਲక్ష్ਮੀ ਤਾਂ ਉਹ ਤਾਂ ਚਰਨਾਂ ਦੀ ਦਾਸੀ ਹੈ ਨਾ ਪਰਮਾਤਮਾ ਦੇ, ਤੇ ਫਿਰ ਲక్ష్ਮੀ ਨੇ ਪਿੱਛੇ ਕਿਉਂ ਰਹਿਣਾ ਸੀ। ਜਦੋਂ ਪਰਮਾਤਮਾ ਹਰੀ ਅਕਾਲ ਪੁਰਖ ਇੱਥੇ ਆ ਗਏ, ਫਿਰ ਸਾਰੀਆਂ ਥਾਵਾਂ ਤੋਂ ਲక్ష్ਮੀ ਚੱਲ ਕੇ ਵੀ ਇੱਥੇ ਚਰਨਾਂ ਦੇ ਵਿੱਚ ਆਣ ਆ ਕੇ ਵਸੀ ਹੈ। ਪਈਅਤ ਜਹਾਂ ਪਦਾਰਥ ਚਾਰਾ। ਧੰਨ ਧੰਨ ਸ਼੍ਰੀ ਗੁਰ ਦਰਬਾਰਾ। ਇਹ ਗੁਰੂ ਰਾਮਦਾਸ ਜੀ ਦਾ ਦਰਬਾਰ ਧੰਨ ਹੈ, ਧੰਨ ਹੈ। ਗੁਰੂ ਰਾਮਦਾਸ ਮਹਾਰਾਜ ਤੁਸੀਂ ਆਪ ਧੰਨ 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 ਰਾਮਦਾਸ ਗੁਰ, ਜਿਨ ਸਿਰਿਆ ਤਿਨ ਸਵਾਰਿਆ, ਪੂਰੀ ਹੋਈ ਕਰਾਮਾਤ ਆਪ ਸਿਰਜਣਹਾਰੈ ਧਾਰਿਆ।
ਸਿੱਖੀ ਅਤੇ ਸੰਗਤੀ ਪਾਰ ਬ੍ਰਹਮ ਕਰ ਨਮਸਕਾਰਿਆ। ਅਟਲ ਅਥਾਹੋ ਅਤੋਲ ਤੂੰ ਤੇਰਾ ਅੰਤ ਨ ਪਾਰਾ ਵਾਰਿਆ। ਜਿਨੀ ਤੂੰ ਸੇਵਿਆ ਭਾਵ ਕਰ ਸੇ ਤੁਧ ਪਾਰ ਉਤਾਰਿਆ। ਲੱਭ ਲੋਭ ਕਾਮ ਕ੍ਰੋਧ ਮੋਹ ਮਾਰ ਕੱਢੇ ਤੁਧ ਸਾ ਪਰਵਾਰਿਆ। ਧਨ ਸੋ ਤੇਰਾ ਥਾਨ ਹੈ। ਇਹ ਥਾਂ ਗੁਰੂ ਰਾਮਦਾਸ ਮਹਾਰਾਜ ਤੁਸੀਂ ਧਨ ਤੇ ਤੁਹਾਡਾ ਵਸਾਇਆ ਨਗਰ ਵੀ ਧਨ ਅਤੇ ਹਰਮੰਦਰ ਸਾਹਿਬ ਉਹ ਦਰਬਾਰ ਵੀ ਧਨ ਹੈ। ਧਨ ਸੋ ਤੇਰਾ ਥਾਨ ਹੈ, ਸੱਚ ਤੇਰਾ ਪੈਸ਼ਕਾਰੇ। ਇਹ ਸਾਰਾ ਪੇਸ਼ਕਾਰਾ ਤੁਹਾਡਾ ਆਪਣਾ ਦਰਬਾਰ ਇਹ ਧਨਤਾ ਦੇ ਯੋਗ ਹੈ ਤੇ ਸੱਚਾ ਹੈ। ਬੜੀਆਂ ਹਕੂਮਤਾਂ ਬਾਰ-ਬਾਰ ਕਹਿਣਾ ਪੈਂਦਾ, ਸਾਰੀਆਂ ਹਕੂਮਤਾਂ ਦੀ ਨਜ਼ਰ ਇੱਥੇ ਰਹੀ ਕਿ ਦੁਨੀਆ ਇੱਥੇ ਆਣ ਆ ਵਸਦੀ ਹੈ, ਇੱਥੇ ਸ਼ਰਨ ਲੈਂਦੀ, ਇੱਥੇ ਢੋਈ ਲੈਂਦੀ, ਇੱਥੇ ਆ ਕੇ ਭੁੱਖਿਆਂ ਨੂੰ ਖਾਣ ਵਾਸਤੇ ਭੋਜਨ ਮਿਲਦਾ ਹੈ, ਦੁਖੀਆਂ ਦੇ ਦੁੱਖ ਦੂਰ ਹੁੰਦੇ ਨੇ। ਆਤਮਾ ਤੋਂ ਜਿਹੜੇ ਦੁਖੀ ਹੋਏ ਹਨ ਉਹ ਇੱਥੇ ਆ ਕਰਕੇ ਆਤਮਾ ਦਾ ਖੇੜਾ ਪ੍ਰਾਪਤ ਕਰਦੇ। ਇਹ ਦਰਬਾਰ ਨੂੰ ਖਤਮ ਕੀਤਾ ਜਾਵੇ, ਸਰੋਵਰ ਨੂੰ ਪੂਰਿਆ ਜਾਵੇ। ਪਰ ਬਚਨ ਮਹਾਰਾਜ ਦੇ ਪੜ੍ਹਦੇ ਹਾਂ ਕਿ ਸੱਚ ਤੇਰਾ ਪੈਸਕਾਰੇ। ਜਿਹੜਾ ਹੈ ਹੀ ਸੱਚਾ ਆਪ ਉਹਦਾ ਦਰਬਾਰ ਵੀ ਸੱਚਾ ਹੈ। ਵੱਡਾ ਤੇਰਾ ਦਰਬਾਰ ਸੱਚਾ ਤੁਧ ਤਖਤ ਸੱਚ ਤੇਰਾ ਪੈਸਕਾਰਿਆ। ਇਸ ਲਈ ਗੁਰੂ ਸਾਹਿਬ ਨੇ ਆਪ ਕਿਹਾ ਧੰਨ ਧੰਨ ਸ਼੍ਰੀ ਗੁਰ ਦਰਬਾਰ। ਗੁਰੂ ਰਾਮਦਾਸ ਜੀ ਆਪ ਧੰਨ ਨੇ, ਉਹਨਾਂ ਦਾ ਦਰਬਾਰ ਅਸਥਾਨ ਵੀ ਧੰਨ ਹੈ। ਪਈਅਤ ਜਹਾਂ ਪਦਾਰਥ ਚਾਰਾ, ਜਿੱਥੇ ਆ ਕੇ ਚਾਰ ਪਦਾਰਥ ਧਰਮ ਅਰਥ ਕਾਮ ਮੋਖ ਚਾਰੇ ਪਦਾਰਥ ਤੇ ਝੋਲੀ ਵਿੱਚ ਪੈਂਦੇ ਹਨ। ਇਮ ਉਤਸ਼ਾਹਤ ਦਿਵਸ ਬਿਤਾਇਓ। ਇਸ ਤਰ੍ਹਾਂ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਇਹ ਜਿਹੜਾ ਦਿਨ ਸੀ ਭਾਦੋ ਸੁਦੀ ਏਕਮ ਦਾ ਬਹੁਤ ਵੱਡਾ ਉਤਸ਼ਾਹ ਮਨਾਇਆ, ਕਿਉਂਕਿ ਪਹਿਲਾਂ ਪ੍ਰਕਾਸ਼ ਹਰਿਮੰਦਰ ਸਾਹਿਬ ਦੇ ਅੰਦਰ ਹੋਇਆ ਸੀ। ਇਹ ਸਾਰਾ ਦਿਨ ਬਤੀਤ ਕੀਤਾ। ਸੰਧਿਆ ਭਈ ਤਰਨ ਅਸਤਾਇਓ। ਜਦੋਂ ਸੰਧਿਆ ਦਾ ਸਮਾਂ ਹੋਇਆ, ਤਰਨ ਅਸਥਾਇਓ ਜਿਹੜਾ ਸੂਰਜ ਸੀ ਉਹ ਪੱਛਮ ਵੱਲ ਗਿਆ, ਛਿਪਣ ਲੱਗਾ। ਤੇ ਫਿਰ ਜਿਸ ਤਰ੍ਹਾਂ ਬਾਬਾ ਬੁੱਢਾ ਸਾਹਿਬ ਜੀ ਨੇ ਗੁਰੂ ਸਾਹਿਬ ਤੋਂ ਆਗਿਆ ਮੰਗੀ, ਮਹਾਰਾਜ ਇਹ ਸ਼੍ਰੀ ਗ੍ਰੰਥ ਸਾਹਿਬ ਜੀ ਦਾ ਜਿਹੜਾ ਸੁਖਾਸਨ ਹੈ ਇਹ ਅੱਜ ਆਪਾਂ ਇੱਥੇ ਕਰਨਾ ਹੈ। ਜਿਸ ਤਰ੍ਹਾਂ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਆਪਣੇ ਅਸਥਾਨ ਵਾਲੀ ਜਗ੍ਹਾ 'ਤੇ ਜਿੱਥੇ ਸਤਿਗੁਰੂ ਬਿਰਾਜਦੇ ਸੀ, ਅੱਜ ਕੋਠਾ ਸਾਹਿਬ ਜਿੱਥੇ ਅਸਥਾਨ ਹੈ ਉਹ ਅਸਥਾਨ ਬਾਰੇ ਗੁਰਦੇਵ ਦੱਸਣਗੇ। ਜਿਸ ਤਰ੍ਹਾਂ ਫਿਰ ਰਾਤ ਦੇ ਸਮੇਂ ਸੁਖਾਸਨ ਦੀ ਸੇਵਾ, ਕੀਰਤਨ ਸੋਲਾ, ਕਿੰਨਾ ਸਮਾਂ ਰਹਿੰਦਿਆਂ ਸਮਾਪਤੀ ਹੋਈ ਤੇ ਕਿੰਨਾ ਸਮਾਂ ਰਹਿੰਦਿਆਂ ਪਹਿਲਾਂ ਅਗਲੇ ਦਿਨ ਪ੍ਰਕਾਸ਼ ਹੋਇਆ, ਇਹ ਸਾਰੀ ਵਿਚਾਰ ਆਪਾਂ ਕੱਲ੍ਹ ਦੇ ਦੀਵਾਨਾਂ 'ਚ ਸਰਵਣ ਕਰਾਂਗੇ। ਸਤਿਗੁਰੂ ਕਿਰਪਾ ਕਰਨ ਜੋ ਉਪਦੇਸ਼ ਸਤਿਗੁਰਾਂ ਦੀ ਜੀਵਨ ਕਥਾ ਵਿੱਚੋਂ ਆਪਾਂ ਸਰਵਣ ਕਰਦੇ ਹਾਂ, ਗੁਰਦੇਵ ਦਾ ਦਿੱਤਾ ਉਪਦੇਸ਼ ਸਾਡੇ ਹਿਰਦਿਆਂ 'ਚ ਵਸ ਜਾਵੇ। ਇਹਨਾਂ ਬਚਨਾਂ ਦੀ ਕਮਾਈ ਕਰ ਸਕੀਏ, ਲੋਕ ਸੁਖੀਏ ਪਰ ਲੋਕ ਸੁਹੇਲੇ ਹੋ ਸਕਣ। ਆਓ ਸੰਗਤ ਜੀ ਅਖੀਰਲੀਆਂ ਦੋ ਪੰਕਤੀਆਂ ਸਰਵਣ ਕਰਕੇ ਇੱਥੇ ਫਤਿਹ ਬੁਲਾਈਏ ਜੀ। ਇਮ ਉਤਸ਼ਾਹਤ ਦਿਵਸ ਬਿਤਾਇਓ, ਸੰਧਿਆ ਭਈ ਤਰਨ ਅਸਤਾਇਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।